जी सगरी पुरी समेत राम जी लगे, राम जी लगे। सगरी पुरी समेत राम जी लगे, राम जी लगे। सगरी पुरी समेत राम जी लगे, राम जी लगे। सगरी पुरी समेत राम जी लगे, राम जी लगे। सगरी पुरी समेत राम जी लगे, राम जी लगे। सगरी पुरी समेत राम जी लगे, राम जी लगे। सगरी पुरी समेत राम जी लगे, राम जी लगे। सगरी पुरी समेत राम जी लगे, राम जी लगे। सगरी पुरी समेत राम जी लगे, राम जी लगे। सगरी पुरी समेत राम जी लगे, राम जी लगे। सगरी पुरी समेत राम जी लगे, राम जी लगे। सगरी पुरी समेत राम जी लगे, राम जी लगे। ओ सगरी पुरी समेत, सगरी पुरी समेत, सगरी पुरी समेत, सगरी पुरी समेत। 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 पुरी समेत, सगरी पुरी समेत। सगरी पुरी समेत राम जी लगे, राम जी लगे। सगरी पुरी समेत राम जी लगे, राम जी लगे। सगरी पुरी समेत राम जी लगे, राम जी लगे। सगरी पुरी समेत राम जी लगे, राम जी लगे। सगरी पुरी समेत राम जी लगे, राम जी लगे। सगरी पुरी समेत राम जी लगे, राम जी लगे। हाजी राम कथा जुग जुग अटालो, सब कोई पास चढ़े तो। स्वर्गवास रागपुर करा सगरी पुरी समेत। दसवें पातशाह महाराज जी अपनी पावन पवित्र बाणी अंदर फरमान करते हैं। श्री गुरु गोबिंद सिंह महाराज सिख धर्म दे बानी, पुत्रां दे दानी, धन कलगीधर पातशाह महाराज जिन्हां दे परिवार दे 25 मैंबर इस कौम उत्तों दी बाहर दिते, उन्हां दी पावन पवित्र गुरबाणी श्री दसम ग्रंथ साहिब जी दे विच महाराज जी फरमान करते हैं, राम कथा जुग जुग अटल। चलो भावे विद्वाना ने अड्डो अड्डी अर्थ करे ने, पर दसम ग्रंथ का जितनी भी पावन पवित्र गुरबाणी है 1/3 हिस्सा
1/3 ਹਿੱਸਾ ਗੁਰੂ ਦਸਮ ਪਾਤਸ਼ਾਹ ਮਹਾਰਾਜ ਜੀ ਨੇ ਭਗਵਾਨ ਰਾਮ ਜੀ ਬਾਰੇ ਤੇ ਰਾਵਣ ਬਾਰੇ ਬੜਾ ਸੁੰਦਰ ਲਿਖਿਆ ਹੈ। ਜੰਗ ਯੁੱਧ ਇੱਧਰ ਵੀ ਹੋਏ ਨੇ, ਐਸੀ ਗੱਲ ਨਹੀਂ ਵੀ ਉਹ ਇਕੱਲਾ ਉੱਧਰ ਹੀ ਹੋਇਆ ਜੰਗ ਯੁੱਧ। ਅਯੁੱਧਿਆ ਦਾ ਜਾਂ ਰਾਵਣ ਦੇ ਨਾਲ ਬਾਲੀ ਨੂੰ ਮਾਰਿਆ। ਮਹਾਰਾਜ ਜੀ ਕਹਿੰਦੇ ਇਹਨਾਂ ਤੇ ਉਹਨਾਂ ਜੰਗਾਂ ਦੇ ਵਿੱਚ ਇੱਕ ਫਰਕ ਸੀ, ਬੜਾ ਵੱਡਾ ਫਰਕ ਸੀ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਹਿੱਸੇ ਵਿੱਚ 18 ਜੰਗ ਆਏ, 4 ਗੁਰੂ ਹਰਗੋਬਿੰਦ ਮਹਾਰਾਜ ਜੀ ਦੇ, 14 ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ। 14 ਜੰਗ ਸਿੱਖ ਇਤਿਹਾਸ ਵਿੱਚ ਮੰਨੇ ਪਰਮੰਨੇ ਜੰਗ ਨੇ। ਪਰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਜੰਗ ਦੇ ਵਿੱਚ ਤੁਸੀਂ ਇਹ ਨਹੀਂ ਪੜ੍ਹੋਗੇ ਵੀ ਉਹਨਾਂ ਨੇ 3 ਗੱਲਾਂ 'ਤੇ ਜੰਗ ਕਰੇ ਨੇ। ਭਾਰਤ ਖੰਡ ਦੀ ਧਰਤੀ ਦੇ ਜਿਤਨੇ ਵੀ ਜੰਗ ਹੋਏ ਨੇ ਨਾ, ਸੂਰਮੇ ਯੋਧੇ ਮਰੇ ਨੇ ਵੱਡੇ ਵੱਡੇ, ਉਹਨਾਂ ਦਾ ਕਾਰਨ ਹੀ ਇੱਕ ਸੀ। ਉਹ 3 ਗੱਲਾਂ ਉਹਨਾਂ ਦੀਆਂ ਮੁੱਖ ਰੱਖੀਆਂ ਹੋਈਆਂ ਸੀ। ਉਹ ਕਿ ਜਰ, ਜੋਰੂ ਤੇ ਜ਼ਮੀਨ, ਪੈਸਾ, ਇਸਤਰੀ ਤੇ ਧਰਤੀ। ਕਹੀਏ ਜਰ ਨਾਮ ਧਰਤੀ ਦਾ, ਧਰਤੀ ਦੇ ਪਿੱਛੇ। ਮਹਾਰਾਜ ਜੀ ਕਹਿੰਦੇ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਜੰਗ ਇਹ ਨਹੀਂ ਸੀ, ਉਹਨਾਂ ਦਾ ਜੰਗ ਸੀ ਜੁਰਮ ਦੇ ਨਾਲ। ਜਿੱਥੇ ਕਿਤੇ ਵੀ ਕੋਈ ਜੁਰਮ ਕਰਦਾ ਹੈ ਨਾ, ਉੱਥੇ ਜਾ ਕੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਤਲਵਾਰ ਖਿੱਚ ਲਈ। ਭਾਵੇਂ ਉਹ ਹਿੰਦੂ ਧਰਮ ਉੱਤੇ ਹੈ, ਭਾਵੇਂ ਮੁਸਲਮਾਨ ਧਰਮ ਉੱਤੇ ਹੈ, ਭਾਵੇਂ ਸਿੱਖਾਂ ਉੱਤੇ, ਕਿਸੇ 'ਤੇ ਵੀ ਹੈ। ਉੱਥੇ ਜਾ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਹਿੱਕ ਤਾਣ ਕੇ ਕਿਹਾ ਇਹ ਜੁਰਮ ਹੈ, ਜੇ ਸਮਝਦਾ ਠੀਕ ਹੈ ਤੇ ਨਹੀਂ ਫਿਰ ਮੇਰੀ ਤਲਵਾਰ ਆਈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਕਿਸੇ ਨਾਲ ਵੈਰ ਤਾਂ ਹੈ ਹੀ ਨਹੀਂ ਸੀ। ਦੇਖੋ ਮਹਾਰਾਜ ਦੀ, ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਜਿਹੜੀ ਹੋਈ ਹੈ ਉਹ ਸਿੱਖਾਂ ਵਾਸਤੇ ਤਾਂ ਹੋਈ ਨਹੀਂ, ਉਹ ਤਾਂ ਹਿੰਦੂ ਵੀਰਾਂ ਵਾਸਤੇ ਹੋਈ ਹੈ। ਔਰੰਗਜ਼ੇਬ ਨੇ ਕਹਿ ਦਿੱਤੀ ਸੀ ਇਹ ਗੱਲ ਵੀ ਮੈਂ ਇਸ ਭਾਰਤ ਖੰਡ ਦੀ ਧਰਤੀ ਵਿੱਚ ਇੱਕੋ ਹੀ ਝੰਡਾ ਚਲਾਉਣਾ ਚਾਹੁੰਦਾ, ਹੈਦਰੀ। ਮੈਂ ਸਾਰੇ ਧਰਮ ਜਿਤਨੇ ਵੀ ਨੇ ਉਹਨਾਂ ਨੂੰ ਮਲੀਆ ਮੇਟ ਕਰਕੇ ਇੱਕੋ ਹੀ ਇਸਲਾਮ ਧਰਮ ਬਣਾਉਣਾ ਚਾਹੁੰਦਾ, ਇੱਕ ਹੋਵੇ ਧਰਮ ਬਸ, ਹੋਰ ਨਾ ਹੋਣ ਕੋਈ। ਗੁਰੂ ਜੀ ਕਹਿਣ ਲੱਗੇ ਤੈਨੂੰ ਇਸਲਾਮ ਧਰਮ ਪਿਆਰਾ ਹੈ, ਸਾਨੂੰ ਸਿੱਖ ਧਰਮ ਪਿਆਰਾ ਹੈ। ਫਿਰ ਸਾਰੇ ਹਿੰਦੂਆਂ ਦੀ ਪੁਕਾਰ ਸੁਣ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਹਾ ਇਉਂ ਕਰੀ, ਜਾ ਕੇ ਔਰੰਗਜ਼ੇਬ ਨੂੰ ਕਿਰਪਾ ਰਾਮ ਦੀ ਅਗਵਾਈ ਵਿੱਚ ਸਾਰੇ ਪੰਡਤ ਆਏ ਇਕੱਠੇ ਹੋ ਕੇ, ਉਹਨਾਂ ਨੂੰ ਕਿਹਾ ਇਉਂ ਕਹਿ ਦਿਓ ਜਾ ਕੇ ਵੀ ਇਕੱਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮੁਸਲਮਾਨ ਧਰਮ ਦੇ ਵਿੱਚ ਲਿਆਓ, ਅਸੀਂ ਬਾਕੀ ਆਪਣੇ ਆਪ ਆ ਜਾਵਾਂਗੇ, ਅਤੇ ਮੇਰਾ ਸੰਦੇਸ਼ਾ ਇਹ ਜਾ ਕੇ ਦੇ ਦਿਓ। ਗੁਰੂ ਤੇਗ ਬਹਾਦਰ ਜਦੋਂ ਸਾਰੇ ਪੰਡਤ ਦਿੱਲੀ, ਕਸ਼ਮੀਰ ਦੇ, ਦਿੱਲੀ ਦੇ ਇਕੱਠੇ ਹੋ ਕੇ, ਉਹਨਾਂ ਦੀ ਅਗਵਾਈ ਇੱਕ ਪੰਡਤ ਕਿਰਪਾ ਰਾਮ ਨੇ ਕਰੀ। ਜਦੋਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆ ਕੇ ਰੋਏ, ਮਹਾਰਾਜ ਜੀ ਨੇ ਕਿਹਾ ਗੁਰੂ ਤੇਗ ਬਹਾਦਰ ਮਹਾਰਾਜ ਨੇ, ਪਰਵਾਹ ਨਾ ਕਰੋ, ਮੈਂ ਜੁਰਮ ਦੇ ਖਿਲਾਫ ਹੈ, ਧਰਮ ਦੇ ਖਿਲਾਫ ਨਹੀਂ। ਧਰਮ ਦੇ ਕੋਈ ਵੀ, ਅੱਜ ਸਿੱਖ ਜਿਹੜੇ ਚਲੋ ਇਹ ਵੰਡੀਆਂ ਪਾਉਣ ਵਾਲੇ ਨੇ, ਅੱਜ ਦਾ ਟੋਲਾ ਜਿਹੜਾ ਇਕੱਠਾ ਹੋਇਆ ਸੁੱਕਾ ਖਾਣਾ, ਇਹ ਤਾਂ ਇਹ ਕਹਿ ਲਓ ਵੀ ਬਸ ਇਕੱਲੇ ਇਹ ਜ਼ੁਲਮ ਦੇ ਖਿਲਾਫ ਨਹੀਂ, ਇਹ ਤਾਂ ਬੰਦਿਆਂ ਦੇ ਖਿਲਾਫ ਚੱਲਦਾ ਅੱਜ ਦਾ ਜਿਹੜਾ ਜੰਗ ਹੈ। ਮਾਰ ਕੁਟਾਈ ਦਾ, ਵੱਢ ਦਿਓ, ਐਂ ਕਰ ਦਿਓ, ਉਹ ਕਰ ਦਿਓ। ਪਰ ਕਿਸੇ 'ਤੇ ਦੇਖਿਆ ਵੀ ਆ ਕਿਸੇ 'ਤੇ ਬਿਪਤਾ ਪਈ ਹੋਈ ਆ, ਆਪਾਂ ਇਹਦੇ ਅੱਗੇ ਹੋ ਕੇ ਇਹਦੀ ਸਹਾਇਤਾ ਕਰੀਏ। ਜਿੱਥੇ ਵੀ ਪਤਾ ਲੱਗਦਾ ਮਹਾਰਾਜ ਨੂੰ ਕਿਸੇ ਦੀ ਵੀ ਕੋਈ ਬੱਚੀ ਹੈ, ਅਬਲਾ ਬੱਚੀ 'ਤੇ ਜੁਰਮ ਹੁੰਦਾ, ਉੱਥੇ ਜਾ ਕੇ ਮਹਾਰਾਜ ਜੀ ਨੇ ਆਪ ਟਾਕਰਾ ਕਰਿਆ ਜਾਂ ਸਿੰਘ ਭੇਜੇ। ਇਤਿਹਾਸ ਵਿੱਚ ਬੜੇ ਜ਼ਿਕਰ ਮਿਲਦੇ ਨੇ ਐਸੇ। ਅਤੇ ਜਿਹੜਾ ਕੋਈ ਧਰਮ ਦੇ ਖਿਲਾਫ ਚੱਲਦਾ ਸੀ ਉਹਨੂੰ ਫਿਰ ਸਮਝਾਉਣਾ ਕੀਤਾ, ਨਾ ਇਹ ਨਾ ਕਰ, ਤੂੰ ਤੇਰਾ ਧਰਮ ਇਹ ਨਹੀਂ ਕਹਿੰਦਾ। ਜੇ ਤੂੰ ਮੁਸਲਮਾਨ ਹੈ ਤਾਂ 5 ਨਵਾਜ਼ਾਂ ਬਖਤ 5, ਉਹਨੂੰ ਕੋਈ ਬਾਹਰ ਖੋਲ੍ਹਦੀ ਹੁਣ ਤਾਂ ਕੋਈ ਨਹੀਂ, 5 ਨਵਾਜ਼ਾਂ ਬਖਤ 5, ਪੰਜੇ ਪੰਜਾ ਨਾ। ਜੇ ਤੂੰ ਪੱਕਾ ਮੁਸਲਮਾਨ ਹੈ ਨਾ ਤਾਂ ਅੰਮ੍ਰਿਤ ਵੇਲੇ ਉੱਠ ਕੇ ਨਵਾਜ਼ ਪੜ੍ਹਿਆ ਕਰ। ਇਹ ਨਹੀਂ ਕਿਹਾ ਤੂੰ ਅੰਮ੍ਰਿਤ ਛਕ ਲਾ ਜਾ ਇੱਧਰ, ਨਹੀਂ, ਤੂੰ ਪੱਕਾ ਹਾਜੀ ਹੈ, ਹੱਜ ਕਰ ਪੱਕਾ। ਜੇ ਤੂੰ ਪੱਕਾ ਹਿੰਦੂ ਹੈ ਤਾਂ ਆਪਣੇ ਧਰਮ ਦੇ ਵਿੱਚ ਪਰਪੱਕ ਹੋ ਜਾ, ਜਨੇਊ ਧਾਰਨ ਕਰ ਲੈ, ਜੋ ਤੁਹਾਡੀ ਮਰਜ਼ਾਦਾ ਉਹਦੇ ਉੱਤੇ ਪੂਰਾ ਚੱਲ। ਜੇ ਤੂੰ ਸਿੱਖ ਹੈ ਫਿਰ ਤੂੰ ਅੰਮ੍ਰਿਤ ਵੇਲੇ ਉੱਠ ਕੇ
ਬਾਣੀ ਪੜ੍ਹ ਕੇ ਗੁਰੂ ਦੇ ਦਰ 'ਤੇ ਆ ਕੇ ਜੁੜ, ਫਿਰ ਤੇਰੀਆਂ ਮੁਰਾਦਾਂ ਪੂਰੀਆਂ ਹੋ ਜਾਣਗੀਆਂ। ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਾਬੇ ਦਿਨ ਚੱਲ ਰਹੇ ਆ। ਨਾਓ ਮੈਂ ਅੱਜ ਕਰ ਰਿਹਾ ਸੀ 1/3 ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਭਗਵਾਨ ਰਾਮ ਜੀ ਦੀ ਕਥਾ ਲਿਖੀ ਹੈ। ਆਪ ਪੰਗਤੀ ਦੇ ਵਿੱਚ ਸਭ ਕੁਝ ਆ ਗਿਆ, ਰਾਮ ਕਥਾ। ਹਾਂ, ਇੱਥੇ ਵਿਦਵਾਨ ਅਰਥ ਕਰਦੇ ਨੇ, ਕਹਿੰਦੇ ਇੱਕ ਤਾਂ ਰਾਜੇ ਦਸ਼ਰਥ ਦਾ ਬੇਟਾ ਸੀ ਰਾਮ, ਇੱਕ ਰਾਮ ਉਹ ਹੈ ਜਿਹੜਾ ਹਰ ਇੱਕ ਥਾਂ 'ਤੇ ਰਮਿਆ ਹੋਇਆ। ਉਹ ਤਾਂ ਚਲੋ ਇਹ ਕਹਿ ਲਓ ਵੀ ਉਹਨਾਂ ਦੀ ਘਰੇਲੂ ਲੜਾਈ ਸੀ, ਪਰ ਇਤਿਹਾਸ ਨਾਲ ਜੋੜ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪ ਲਿਖੀ ਹੈ ਸਾਰੀ ਗੱਲ। ਵਿਦਵਾਨ ਲਿਖਦਾ, ਏਕ ਰਾਮ ਦਸ਼ਰਥ ਕਾ ਬੇਟਾ, ਕਹਿੰਦੇ ਦਸ਼ਰਥ ਦਾ ਪੁੱਤਰ ਸੀ ਰਾਮ। ਏਕ ਰਾਮ ਜੋ ਸਭ ਮੈਂ ਹੋਤਾ, ਕਹਿੰਦੇ ਇੱਕ ਉਹ ਰਾਮ ਹੈ ਜਿਹੜਾ ਹਰ ਇੱਕ ਥਾਂ 'ਤੇ ਰਮਿਆ ਹੋਇਆ। ਰਾਮ ਕਹਿ ਲਓ, ਵਾਹਿਗੁਰੂ ਕਹਿ ਲਓ, ਰਹੀਮ ਕਹਿ ਲਓ, ਅੱਲਾ ਕਹਿ ਲਓ, ਖੁਦਾ ਕਹਿ ਲਓ, ਜਿਹੜਾ ਕੁਝ ਮਰਜ਼ੀ ਕਹਿ ਲਓ। ਇੱਕ ਰਾਮ ਉਹ ਹੈ ਜਿਹੜਾ ਹਰ ਇੱਕ ਥਾਂ 'ਤੇ, ਤੁਹਾਡੇ ਵਿੱਚ ਵੀ ਹੈ, ਮੇਰੇ ਵਿੱਚ ਵੀ ਹੈ। ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ। ਮਹਾਰਾਜ ਜੀ ਨੇ ਪੁਕਾਰ ਕੇ ਇਹ ਗੱਲ ਕਹਿ ਦਿੱਤੀ। ਹੁਣ ਦਸਵੇਂ ਪਾਤਸ਼ਾਹ ਮਹਾਰਾਜ ਜੀ ਲਿਖਦੇ, ਰਾਮ ਕਥਾ ਜੁਗ ਜੁਗ ਅਟਲ, ਜੁਗ ਜੁਗ। ਬੈਠੇ ਜਿਹੜਾ ਟਕਸਾਲ ਦਾ ਪਾਠ ਹੈ ਨਾ, ਇੱਥੇ ਹੈ ਕੱਲਾ ਜੁਗ ਜੁਗ 2 ਵਾਰੀ, ਪਰ ਇੱਥੇ ਵਿਸ਼ਰਾਮ ਲਾ ਦਿੰਦੇ ਨੇ। ਟਕਸਾਲ ਵਾਲਿਆਂ ਦੇ ਪਾਠ ਜਿਹੜਾ ਨਾ, ਦਮਦਮੀ ਟਕਸਾਲ ਦਾ ਪਾਠ ਸ਼ੁੱਧ ਮੰਨਿਆ ਗਿਆ ਹੈ, ਉਹ ਇੱਥੇ ਵਿਸ਼ਰਾਮ ਲਾ ਕੇ ਚੱਲਦੇ ਨੇ। ਸਾਰੇ ਤੁਸੀਂ ਗੁਰਦੁਆਰਿਆਂ ਵਿੱਚ ਸੁਣੋ, ਸ਼ਾਮ ਨੂੰ ਕਹਿਣਗੇ ਹਰ ਜੁਗ ਜੁਗ ਭਗਤੋ ਪਾਇਆ। ਠੀਕ ਹੈ, ਚਲੋ ਜਿੰਨੇ ਕਿਸੇ ਨੇ ਡੰਡੇ ਖਾਧੇ ਹੁੰਦੇ ਨੇ ਉਹਨਾਂ ਕੋਲ ਬੋਲ ਪੈਂਦੇ, ਜਿੰਨੇ ਕਿਸੇ ਦੀਆਂ ਗੁੱਟ ਦੇ ਉੱਤੇ ਜਾਂ ਢੂਹੇ 'ਚ ਡੰਡੇ ਪਏ ਨੇ ਉਹਨਾਂ ਕੋਲ ਫਿਰ ਉਹ ਅਗਲਾ ਬੋਲਦਾ, ਠੀਕ ਹੈ। ਪਰ ਵਿਦਵਾਨ ਕਿ ਲਿਖਦੇ ਨੇ, ਉਹ ਕਹਿੰਦੇ ਹਰ ਜੁਗ ਜੁਗ ਭਗਤੋ ਪਾਇਆ। ਇੱਕ ਹਰ ਜੁਗ ਉੱਧਰਲੇ ਪਾਸੇ, ਇੱਕ ਇੱਧਰਲੇ ਪਾਸੇ ਵਿਸ਼ਰਾਮ ਲਾ ਕੇ, ਭਾਵੇਂ ਸ਼ੁਰੂ ਦੇ ਵਿੱਚ ਹੀ ਹਰ ਜੁਗ ਜੁਗ ਭਗਤੋ ਪਾਇਆ, ਦੋਨੋਂ ਪਾਠ ਇਕੱਠੇ ਨੇ। ਇੱਧਰ ਦਸਵੇਂ ਪਾਤਸ਼ਾਹ ਮਹਾਰਾਜ ਪ੍ਰਮਾਣ ਕਰਦੇ ਹਨ, ਰਾਮ ਕਥਾ ਜੁਗ ਜੁਗ ਅਟਲ, ਕਹਿੰਦੇ ਰਾਮ ਦੀ ਕਥਾ ਜੁਗ ਜੁਗ ਅਟਲ ਰਹੂਗੀ। ਸਭ ਕੋਈ ਭਾਖਤ ਨੇਤ, ਸੁਰਗਵਾਸ ਰਗਬੁਰ ਕਰਾਂ ਸਗਰੀ ਪੁਰੀ ਸਮੇਤ। ਪਿਤਾ ਦੇ ਕਹਿਣ 'ਤੇ ਬਨਵਾਸ ਹੋ ਗਿਆ। ਮਾਤਾ ਨੇ ਕਹਿ ਦਿੱਤਾ, ਚਲੋ ਮਾਤਾ ਤੇ ਪਿਤਾ ਦੀ ਗੱਲ ਮੰਨ ਕੇ, ਗਲਤੀ ਕੋਈ ਵੀ ਨਹੀਂ ਸੀ। ਪੁੱਛੋ ਰਮਾਇਣ ਚੱਲਦੀ ਹੈ ਉਹਨਾਂ, ਮਹਾਭਾਰਤ ਜਿਹੜੀ ਆ ਉਹ ਵਾਹਿਗੁਰੂ ਜੀ ਰਾਮ ਦੀ ਰੀਲਾ ਚੱਲਦੀ ਹੈ। ਰਾਮ ਰੀਲਾ ਉਹੋ ਜਿਹੇ ਕੱਪੜੇ ਪਾ ਕੇ, ਚਲੋ ਕਰੋ ਨਕਲ, ਸਾਨੂੰ ਕੋਈ ਇਸ ਗੱਲ 'ਤੇ ਇਤਰਾਜ਼ ਨਹੀਂ, ਪਰ ਭਗਵਾਨ ਦੀ ਨਕਲ ਨਹੀਂ ਕੋਈ ਕਰ ਸਕਦਾ। ਰੱਬ ਦੀ ਨਕਲ ਕੋਈ ਕਰ ਸਕਦਾ ਵੀ ਰੱਬ ਉਹੋ ਜਿਹੇ ਕੱਪੜੇ ਪਾ ਕੇ, ਉਹਦੀ ਗੱਲ ਤੋਂ ਸਿੱਖਿਆ ਮਿਲਦੀ ਹੈ। ਕੋਈ ਵੀ ਮਨੁੱਖ ਹੈ, ਸਾਡੇ ਗੁਰੂ ਪੀਰ ਹੋਏ, ਉਹਨਾਂ ਨੇ ਸਾਨੂੰ ਸਿੱਖਿਆ ਦੇ ਦਿੱਤੀ ਵੀ ਇਸ ਗੱਲ ਵਿੱਚ ਆਹ ਸਿੱਖਿਆ ਹੈ। ਜਦੋਂ ਭਗਵਾਨ ਰਾਮ ਜੀ ਨੂੰ ਬਨਵਾਸ ਹੋ ਗਿਆ ਤੇ ਉਸ ਵਕਤ ਫਿਰ ਦਸਵੇਂ ਪਾਤਸ਼ਾਹ ਮਹਾਰਾਜ ਜੀ ਲਿਖਦੇ ਨੇ, ਕਹਿੰਦੇ ਛੋਟਾ ਭਰਾ ਸੀ ਲਕਸ਼ਮਣ, ਭਰਾਵਾਂ ਦਾ ਪਿਆਰ ਅੱਜ ਕੀ ਹੈ, ਅੱਜ ਵਿਹੜੇ ਦੇ ਵਿੱਚ ਕਹਿੰਦੇ ਉਹ ਜਦੋਂ ਨਾ ਕੰਧ ਹੋ ਜਾਵੇ, ਵਿਹੜੇ ਦੀ ਉਹ ਗੱਲ ਨਾ ਰਹਿੰਦੀ ਜਦੋਂ ਕੰਧ ਵਿਚਾਲੇ ਹੋ ਜਾਵੇ। ਤੇ ਅੱਜ ਤਾਂ ਜੇ 2 ਭਰਾ ਹੈ, ਬਸ ਮਾੜਾ ਮੋਟਾ ਕਾਟੋ ਕਲੇਸ਼ ਜਾਂ ਉਹਨਾਂ ਨੇ ਕਰਿਆ, ਡਾਂਗ ਖੜਕਾਈ, ਕੱਢ ਦਿਓ ਭਾਂਡੇ, ਕਰ ਦਿਓ ਕੌਲੀਆਂ ਚਮਚੇ ਅੱਡ ਸਾਡੇ। ਪਰ ਸੁਣੋ, ਭਗਵਾਨ ਰਾਮ ਜੀ ਦਾ ਤੇ ਲਕਸ਼ਮਣ ਦਾ ਤੇ ਉਹਨਾਂ ਦੇ ਭਰਾ ਭਰਤ ਦਾ ਕਿੰਨਾ ਕੁ ਪ੍ਰੇਮ ਸੀ। ਅੱਜ ਪ੍ਰੇਮ ਖਤਮ ਹੋ ਗਿਆ ਲੋਕਾਂ ਦੇ ਵਿੱਚੋਂ। ਮਹਾਰਾਜ ਜੀ ਲਿਖਦੇ ਨੇ, ਕਹਿੰਦੇ ਜਦੋਂ ਕੱਲੇ ਰਾਮ ਨੂੰ ਬਨਵਾਸ ਹੋਇਆ ਸੀ, ਸਾਰਿਆਂ ਨੂੰ ਨਹੀਂ ਸੀ, ਕੱਲੇ ਰਾਮ ਨੂੰ ਸੁਣਾਇਆ ਗਿਆ ਤੈਨੂੰ 14 ਸਾਲ ਦਾ ਬਨਵਾਸ ਹੈ। ਫਿਰ ਪਿਤਾ ਨੂੰ ਜਾ ਕੇ ਕਿਹਾ, ਮਤੇਰ ਦਾ ਪੁੱਤਰ ਸੀ ਲਕਸ਼ਮਣ, ਕਹਿੰਦੇ ਮੈਂ ਵੀ ਆਪਣੇ ਭਾਈ ਦੇ ਨਾਲ ਹੀ ਜਾਊਂਗਾ। ਉਹ ਮੈਂ ਇੱਥੇ 14 ਸਾਲ ਭਾਈ ਤੋਂ ਬਿਨਾਂ ਕਿਵੇਂ ਗੁਜ਼ਾਰੂੰਗਾ, ਮੈਂ ਤਾਂ 1 ਮਿੰਟ ਨਹੀਂ ਸਾਰਦਾ ਇਹਦੇ ਬਿਨਾਂ, ਮੇਰਾ ਪ੍ਰੇਮ ਹੀ ਇੰਨਾ। ਅੰਮ੍ਰਿਤ ਵੇਲੇ ਰਾਮ ਦੇ ਦਰਸ਼ਨ ਕਰਕੇ ਮੈਂ ਫੇਰ ਭੋਜਨ ਛਕਦਾ। 14 ਸਾਲ ਮੇਰੇ ਵਾਸਤੇ ਤਾਂ ਇਹ ਤਾਂ ਜੁਗਾਂ ਦੇ ਸਮਾਨ ਲੰਘ ਜੂ ਕੰਮ, ਮੈਂ ਵੀ ਨਾਲ ਜਾਊਂ। ਫਿਰ ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਰਮਾਨ ਕਰਦੇ ਹਨ, ਕਹਿੰਦੇ ਫਿਰ ਕਮਾਲ ਕਰਤੀ ਜਨਕ ਦੀ ਪੁੱਤਰੀ, ਮਹਾਰਾਜੇ ਜਨਕ ਦੀ ਪੁੱਤਰੀ ਮਾਤਾ ਸੀਤਾ ਜੀ ਨੇ ਇੰਨੀ ਕਮਾਲ ਕਰ ਦਿੱਤੀ। ਉਹ ਕਹਿੰਦੀ ਜਿੱਥੇ ਮੇਰਾ ਪਤੀ ਰਹੂਗਾ, ਭਾਵੇਂ ਜੰਗਲਾਂ ਵਿੱਚ ਰਵੇ, ਭਾਵੇਂ ਇਹਨੂੰ ਰੋਟੀ ਮਿਲੇ ਭਾਵੇਂ ਨਾ ਮਿਲੇ, ਮੈਂ ਵੀ ਨਾਲ ਸਾਰੂ। ਇਹਨੂੰ ਪਤੀ ਵਰਤਾ ਧਰਮ ਕਹਿੰਦੇ ਨੇ, ਪਤੀ ਵਰਤਾ। ਮੈਂ ਆਪਣੇ ਪਤੀ ਦੇ ਨਾਲ, ਮੇਰਾ ਪਤੀ ਜੰਗਲਾਂ ਵਿੱਚ ਫਿਰੇ ਤੇ ਮੈਂ ਮਹਿਲਾਂ ਵਿੱਚ ਪਾਵਾਂ, ਮੇਰੇ ਵਾਸਤੇ ਚੰਗੀ ਗੱਲ ਨਹੀਂ ਹੈ। ਮੇਰੇ ਪਿਤਾ
ਮਹਾਰਾਜੇ ਜਨਕ ਨੇ ਇਹਦੇ ਲੜ ਲਾਇਆ। ਲੜ ਲਾ ਕੇ ਜਦੋਂ ਆਨੰਦ ਕਾਰਜ ਜਾਂ ਫੇਰੇ ਕੁਛ ਵੀ ਚਲੋ ਕਿਸੇ ਧਰਮ ਦੇ ਹੁੰਦੇ ਨੇ, ਉੱਥੇ ਇਹੀ ਭਾਵ ਦੱਸਿਆ ਜਾਂਦਾ ਹੈ ਤੇ ਇਹ ਤੇਰੀ ਅਰਧ ਸਰੀਰੀ ਹੈ ਤੇ ਇਹਦੇ ਨਾਲ ਦੁੱਖ ਸੁੱਖ ਦੇ ਵਿੱਚ ਤੁਸੀਂ ਗ੍ਰਸਤ ਮਾਰਗ ਦਾ ਗੱਡਾ ਹੀ ਇਹੀ ਚੱਲਦਾ। ਜਿਵੇਂ ਪੁਰਾਣੇ ਸਮੇਂ ਵਿੱਚ 2 ਬਲਦਾਂ ਵਾਲਾ ਗੱਡਾ ਹੁੰਦਾ, ਫਿਰ ਉਹ ਉੱਠ ਬੋਤੇ ਨਾਲ ਉਹਦੇ ਵੀ 2 ਹੀ ਜਿਹੜੇ ਉਹ ਹੁੰਦੇ ਟਾਇਰ ਹੁੰਦੇ, ਜੇ ਇੱਕ ਪੈਂਚਰ ਹੋ ਜੇ ਫਿਰ ਉਹ ਚੱਲਦਾ ਨਹੀਂ ਹੁੰਦਾ। ਮਹਾਰਾਜ ਜੀ ਕਹਿੰਦੇ ਗ੍ਰਸਤ ਮਾਰਗ ਦਾ ਗੱਡਾ ਵੀ ਅਸੀਂ ਹੈ, ਇਸੇ ਤਰ੍ਹਾਂ ਹੀ ਹੈ, ਇਹਦੇ 2 ਪਹੀਏ ਨੇ ਫਿਰ ਇਹ ਸਹੀ ਚੱਲਦਾ ਹੈ। ਜਦੋਂ ਗੱਡੇ ਉੱਤੇ ਫਿਰ ਪਰਿਵਾਰ ਵੀ ਬਹਿੰਦਾ, ਅਗਰ ਇੱਕ ਗੱਡੇ ਦਾ ਟਾਇਰ ਟੁੱਟ ਜਾਵੇ ਫਿਰ ਟੇਢਾ ਹੋ ਜਾਂਦਾ, ਫਿਰ ਉਹ ਗਾਹਾਂ ਨਹੀਂ ਚੱਲਦਾ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਐ ਸਿੱਖਾ, ਕਹਿੰਦੇ ਇਹ ਮਾਰਗ 'ਤੇ ਚੱਲਣ ਵਾਸਤੇ ਵੀ ਤੈਨੂੰ ਇੱਕ ਗੱਲ ਦੀ ਲੋੜ ਆ। ਉਹ ਕਿਹੜੀ? ਗੱਲੀ ਹਉ ਸੁਹਾਗਣ ਭੈਣੇ, ਕੰਤ ਨ ਕਿਨਹੂ ਮੈਂ ਮਿਲਿਆ। ਕੰਤ ਨਾਮ ਪਤੀ ਦਾ। ਉਧਰ ਦੁਨਿਆਵੀ ਰਿਸ਼ਤੇ ਦੇ ਵਿੱਚ ਮਹਾਰਾਜ ਜੀ ਫਰਮਾਨ ਕਰਦੇ ਨੇ, ਜਿੱਥੇ ਅਧਿਆਤਮਿਕ ਰਿਸ਼ਤਾ ਉੱਥੇ ਦੁਨਿਆਵੀ ਰਿਸ਼ਤੇ ਨੂੰ ਨਾਲ ਜੋੜ ਕੇ ਮਹਾਰਾਜ ਜੀ ਨੇ ਗੱਲ ਕਰੀਏ। ਕਹਿੰਦੇ ਭਗਤ ਨਾਮਦੇਵ ਜੀ ਕਹਿੰਦੇ ਕੋਈ ਬੱਚੀ ਵਿਆਹੀ ਹੋਈ ਆਈ, ਆ ਕੇ ਘਰ ਦੇ ਵਿੱਚ ਚਲੋ ਸੱਸ ਨੂੰ ਪੁੱਛਿਆ ਜਾਂ ਹੋਰ ਨਾਲ ਦੀਆਂ ਗੁਆਂਢਣਾਂ ਨੂੰ ਪੁੱਛਿਆ, ਭੈਣੇ ਇਉਂ ਦੱਸ ਮੇਰਾ ਪਤੀ ਮੇਰੇ ਬਸ ਵਿੱਚ ਕਿਵੇਂ ਹੋ ਜਾਵੇ। ਉਹ ਜੰਤਰ ਮੰਤਰ ਨਾਲ ਨਹੀਂ, ਉਵੇਂ ਨਹੀਂ ਗੱਲ ਕਰਦੇ ਮਹਾਰਾਜ, ਮੇਰਾ ਪਤੀ ਮੇਰੇ ਕਹਿਣੇ ਵਿੱਚ ਕਿਵੇਂ ਚੱਲੇ। ਉਸ ਭੈਣ ਨੇ ਕਿਹਾ ਤੇਰਾ ਪਤੀ ਤੇਰੇ ਕਹਿਣੇ ਵਿੱਚ ਚੱਲੂਗਾ, ਪਰ ਤੈਨੂੰ ਇੱਕ ਗੁਣ ਧਾਰਨਾ ਪਊਗਾ। ਉਹ ਕੀ? ਗੱਲੀ ਹੋ ਸੁਹਾਗਣ ਭੈਣੇ ਕੰਤ ਨ। ਗੱਲਾਂ ਦੇ ਨਾਲ ਨਹੀਂ, ਇਸ ਤਰ੍ਹਾਂ ਜੇ ਤੂੰ ਗੱਲਾਂ ਮਾਰੀ ਜਾਏਗੀ ਉਸ ਤਰ੍ਹਾਂ ਨਹੀਂ ਉਹਨੇ ਖੁਸ਼ ਹੋਣਾ। ਜੇ ਪਰਮਾਤਮਾ ਦੇ ਆ ਕੇ ਅੱਗੇ ਇਕੱਲਾ ਮੱਥਾ ਹੀ ਟੇਕ ਦਿੱਤਾ ਜਾਂ ਕੋਈ ਭੇਟਾ ਚੜਾ ਦਿੱਤੀ, ਉਹਦੀ ਗੱਲ ਨਾ ਮੰਨੀ, ਮਹਾਰਾਜ ਜੀ ਕਹਿੰਦੇ ਫੇਰ ਨਹੀਂ ਪ੍ਰਵਾਨ ਹੈ। ਗੱਲੀ ਹੋ ਸੁਹਾਗਣ ਭੈਣੇ ਕੰਤ ਨ ਕਿਨਹੂ ਮੈਂ ਮਿਲਿਆ। ਕਹਿੰਦੇ ਜੇ ਤੇ ਕੰਤ ਆਪਣੇ ਪਤੀ ਨੂੰ ਖੁਸ਼ ਕਰਨਾ ਤਾਂ ਤੈਨੂੰ ਇੱਕ ਕੰਮ ਕਰਨਾ ਪਊਗਾ, ਤਾਂ ਉਹਦੇ ਅੱਗੇ ਪੱਲੇ ਕਹਿੰਦੇ ਉਹਦੇ ਅੱਗੇ ਤੈਨੂੰ ਨਿਭ ਕੇ ਚੱਲਣਾ ਪਊਗਾ, ਉਹਦੀ ਹਰ ਇੱਕ ਗੱਲ ਤੈਨੂੰ ਮੰਨਣੀ ਪਊਗੀ। ਜੇ ਤੂੰ ਉਹਦੀ ਗੱਲ ਮੰਨੇਗੀ ਫਿਰ ਤੇਰਾ ਪਤੀ ਵੀ ਤੇਰੀ ਗੱਲ ਮੰਨੂਗਾ। ਮਹਾਰਾਜ ਜੀ ਕਹਿੰਦੇ ਸਿੱਖਾ ਜੇ ਤੂੰ ਮੇਰੀ ਗੱਲ ਮੰਨੇਗਾ ਨਾ ਮੈਂ ਫਿਰ ਤੇਰੀ ਗੱਲ ਵੀ ਮੰਨੂਗਾ। ਭਗਤ ਨਾਮਦੇਵ ਜੀ ਮਹਾਰਾਜ ਆਪਣੀ ਪਾਵਨ ਪਵਿੱਤਰ ਬਾਣੀ ਅੰਦਰ ਫਰਮਾਨ ਕਰਦੇ ਹਨ, ਕਹਿੰਦੇ ਉਹ ਭੈਣ ਪੁੱਛਦੀ ਹੈ ਤੇ ਸਿਆਣਾ ਸਿੱਖ ਵੀ ਪੁੱਛਦਾ ਮੈਂ ਗੁਰਦੁਆਰੇ ਕਿਵੇਂ ਜਾਵਾਂ, ਗੁਰੂ ਨੂੰ ਕਿਵੇਂ ਮੱਥਾ ਟੇਕਾਂ। ਫਿਰ ਆ ਸਿੱਖਿਆ ਦੇ ਵਿੱਚੋਂ ਇਹ ਸਾਖੀ ਦੇ ਵਿੱਚੋਂ ਫਿਰ ਗੱਲ ਮਿਲਦੀ ਹੈ, ਭਾਈ ਤੂੰ ਗੁਰਦੁਆਰੇ ਜਾਈ, ਨਿਮਰਤਾ ਸਹਿਤ ਜਾਈ ਤੇ ਤੇਰੀ ਝੋਲੀ ਭੜਕ ਕੇ ਮਾਰ ਫਿਰ ਮੁੜੂਗਾ। ਭਗਤ ਜੀ ਕਹਿਣ ਲੱਗੇ ਉਹ ਬੀਬੀ ਹਰ ਇੱਕ ਨੂੰ ਪੁੱਛਦੀ ਹੈ ਤੇ ਸਿੱਖ ਵੀ ਇਸੇ ਤਰ੍ਹਾਂ ਕਹੇ ਮੈਂ ਗੁਰੂ ਨੂੰ ਕਿਵੇਂ ਖੁਸ਼ ਕਰਾਂ, ਰੁਮਾਲਾ ਦੇ ਕੇ ਗੁਰੂ ਖੁਸ਼ ਹੋ ਜਾਊਗਾ। ਪਰ ਅੱਜ ਤਾਂ ਇਹਦੇ ਵਿੱਚ ਵਪਾਰ ਹੋ ਗਿਆ। ਚਲੋ ਮੈਂ ਉਦਾਹਰਨ ਦੇਦਾ, ਨਿੱਕੀ ਜੀ ਸਾਡੇ ਘਰ ਵਿੱਚ ਵਿਆਹ ਹੈ, ਅੱਜ ਦੇ ਸਮੇਂ ਦੀ ਗੱਲ ਕਰਦੇ ਹਾਂ, ਵਿਆਹ ਹੈ ਸਾਡੇ ਘਰ ਦੇ ਵਿੱਚ। ਉਹ ਵਿਆਹ ਦੇ ਵਿੱਚ ਛੋਟੇ ਤੋਂ ਲੈ ਕੇ ਵੱਡੇ ਤੱਕ ਚਾਅ ਹੁੰਦਾ, ਛੋਟੇ ਬੱਚੇ ਨੂੰ ਵੀ ਤੇ ਵੱਡੇ ਨੂੰ ਜਿਹੜਾ ਮਨੁੱਖ ਉਹਨੂੰ ਵੀ ਚਾਅ ਹੁੰਦਾ। ਕੀ ਹੁੰਦਾ ਵੀ ਮੈਂ ਵਧੀਆ ਕੱਪੜੇ ਪਾਵਾਂ, ਮੇਰੇ ਬੂਟ ਜਰਾਬਾਂ ਵਧੀਆ ਹੋਣ, ਵਧੀਆ ਗਲ ਵਿੱਚ ਲੀਰ ਜੀ ਲਮਕਦੀ ਹੈ ਜਿਹਨੂੰ ਟਾਈ ਕਹਿੰਦੇ ਨੇ, ਇਹ ਵਧੀਆ ਹੋਵੇ, ਹਰ ਇੱਕ ਦੇ ਮਨ ਵਿੱਚ ਹੈ ਨਾ। ਜੇ ਹੁਣ ਘਰ ਵਾਲੀ ਜਾਂ ਮਾਂ ਕਹੇ ਇਹ ਵੀ ਕੱਪੜੇ ਤਾਂ ਘਰੇ ਪਏ ਨੇ ਤੇਰੇ ਪਿਛਲੇ ਸਾਲ ਵਾਲੇ, ਉਦੋਂ ਪਿਛਲੇ ਸਾਲ ਵਾਲੇ, ਉਹ ਪਾਲਾ ਚੱਕ ਕੇ, ਉਹ ਕਹੂਗਾ ਤਾਂ ਪੁਰਾਣੇ ਹੋ ਗਏ, ਵਿਆਹ 'ਚ ਜਾਣਾ ਮੈਂ ਘੰਟਾ ਕੁ ਨਾਲੇ 2 ਘੰਟਿਆਂ ਦਾ ਵਿਆਹ, ਹੁਣ ਤਾਂ ਬਸ ਉਹ ਮੈਂ ਪਾਉਣਾ, ਮੈਂ ਤਾਂ ਵਧੀਆ ਕੱਪੜੇ ਲੈ ਕੇ ਪਾ ਕੇ ਜਾਊਂਗਾ। ਇੱਕ ਮਨੁੱਖ 2 ਘੰਟਿਆਂ ਦੇ ਵਿਆਹ ਵਿੱਚ ਨਵੇਂ ਵਸਤਰ ਲਿਆ ਕੇ ਪਾਉਂਦਾ, ਉਹ ਸਿੱਖੋ ਯਾਦ ਰੱਖਿਓ ਕਿੰਨੇ ਕੁ ਮਹਿੰਗੇ ਆ ਜਾਂਦੇ ਨੇ। ਘੱਟ ਤੋਂ ਘੱਟ ਅੱਜ ਦੇ ਯੁੱਗ ਦੇ ਵਿੱਚ ਦੇਖੋ ਇੱਕ ਬੰਦੇ ਦੇ ਕੱਪੜੇ 1000 ਰੁਪਏ ਦੇ ਆਉਂਦੇ ਹੋਣਗੇ, ਇੱਕ ਦੇ 1000 ਦੇ ਆ ਜਾਂਦੇ ਨੇ, ਵਿੱਚ ਜੋੜੇ ਜੂੜੇ ਬੂਟ ਬਾਟ 'ਚ ਜਰਾਬਾਂ ਜਰੂਬਾਂ ਜੀਆਂ ਲਾ ਕੇ 1000 ਤੋਂ ਵੱਧ ਵੀ ਆ ਜਾਂਦੇ ਹੋਣਗੇ। ਚਲੋ ਆਪਾਂ ਇਹ ਸੌਖਾ ਜਿਹਾ ਵੀ 1000 ਰੁਪਏ ਦੇ ਆ ਜਾਂਦੇ ਹੋਣਗੇ, ਪਰ ਉਹ ਮਨੁੱਖ 1000 ਰੁਪਏ ਦੇ ਕੱਪੜੇ ਪਾ ਕੇ ਖੁਸ਼ ਹੋ ਗਿਆ। ਐ ਸਿੱਖਾ ਜਦੋਂ ਤੂੰ ਕਿਤੇ ਗੁਰੂ ਨੂੰ ਮਿਲਣ ਵਾਸਤੇ ਆਉਣਾ ਫਿਰ ਉਹ ਕਹਿੰਦੇ ਐਂ ਕਰੋ ਜੀ, ਮਾਫ ਕਰਿਓ ਗਿਲਾ ਨਾ ਮਨਾਇਓ ਇਸ ਗੱਲ ਦਾ, ਦੇਖੋ ਇਹ ਵਿਚਾਰ ਹੈ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਉਹ ਕਹਿੰਦੇ ਆ ਕੇ ਅਰਦਾਸ ਕਰਨੀ ਸੀ ਜੀ ਗੁਰਦੁਆਰੇ, ਸਾਡਾ ਰੋਜ਼ ਦਾ ਕੰਮ ਹੈ, ਅਸੀਂ ਰੋਜ਼ ਕਰਦੇ ਹਾਂ, ਕਰ ਦਿਆਂਗੇ ਭਾਈ, ਤੇ ਆਹ ਲਓ ਜੀ 50 ਰੁਪਏ, ਇੱਥੋਂ ਹੀ ਰੁਮਾਲਾ ਚੱਕ ਕੇ ਪਾ ਦਿਓ, ਬਥੇਰੇ ਪਏ ਨੇ ਤੁਹਾਡੇ ਕੋਲੇ ਤਾਂ ਪਏ ਨੇ,
ਪਰ ਗੁਰੂ ਦੀ ਖੁਸ਼ੀ ਨਹੀਂ ਮਿਲਣੀ। ਬੋਲੋ ਸਤਨਾਮ। ਸ੍ਰੀ ਵਾਹਿਗੁਰੂ। ਗੱਲ ਖੁਸ਼ੀ ਦੀ ਹੈ, ਗੱਲ ਰਮਾਲੇ ਦੀ। ਰਮਾਲਾ ਤਾਂ ਪਾਇਆ ਹੋਇਆ ਗੁਰੂ ਸਾਹਿਬ ਦੇ ਉੱਤੇ, ਗੱਲ ਹੈ ਖੁਸ਼ੀ ਦੀ। ਅਸੀਂ ਤਾਂ ਚੱਕ ਕੇ ਪਾ ਦਿੰਦੇ 50 ਰੁਪਏ, ਅਗਲੇ ਨੂੰ ਕਹਿੰਦੇ ਭਾਈ ਗੋਲਕ 'ਚ ਪਾ ਦੇ। ਪਰ ਤੁਸੀਂ ਹੁਣ 50 ਰੁਪਏ ਕੱਪੜੇ 50 ਰੁਪਏ ਲੈ ਕੇ ਦੁਕਾਨ 'ਤੇ ਜਾਇਓ, ਉੱਥੇ ਕਹੋ ਅਸੀਂ ਵਿਆਹ ਜਾਣਾ, ਸਾਨੂੰ ਬੂਟ ਵੀ ਦੇ ਦੇ, ਸਾਨੂੰ ਜਰਾਬਾਂ ਵੀ ਦੇ ਦੇ, ਸਾਨੂੰ ਵਧੀਆ ਪੱਗ ਵੀ ਦੇ ਦੇ, ਬੀਬੀਆਂ ਭੈਣਾਂ ਦੇ ਕੱਪੜੇ ਵੀ ਦੇ ਦੇ ਵਧੀਆ। ਉਹ ਕਹੂਗਾ 50 ਰੁਪਏ ਨੇ ਤੇਰੇ ਕੋਲੇ, ਹਾਂ ਨਿਕਲ ਮੇਰੀ ਦੁਕਾਨ 'ਚੋਂ ਬਾਹਰ, ਮੇਰੇ ਕੋਲੇ ਨਹੀਂ ਹੈ। ਬੋਲੋ ਸਤਨਾਮ। ਸ੍ਰੀ ਵਾਹਿਗੁਰੂ। ਤੇ ਗੁਰੂ ਤੋਂ ਵੱਡੀਆਂ ਵੱਡੀਆਂ ਦਾਤਾਂ ਮੰਗਣੀਆਂ। ਮਹਾਰਾਜ ਸਾਡੇ ਘਰ ਆ ਵੀ ਹੈ, ਕਲੇਸ਼ ਵੀ ਹੈ, ਸਾਡੀ ਨੂੰਹ ਵੀ ਐਂ ਕਰਦੀ ਹੈ, ਸਾਡਾ ਪੁੱਤਰ ਵੀ ਐਂ ਕਰਦਾ। ਮਹਾਰਾਜ ਸੁੱਖ ਸ਼ਾਂਤ ਦੇਖੋ, ਤੋਲ ਕੇ ਵੇਖੋ ਆਪੇ ਹੀ ਵੀ ਅਸੀਂ ਤਾਂ ਗੁਰੂ ਦਾ ਸਤਿਕਾਰ ਆਪਣੇ ਧੀਆਂ ਪੁੱਤਰਾਂ ਜਿੰਨਾ ਕੁ ਵੀ ਨਹੀਂ ਕਰਦੇ, ਫਿਰ ਭਾਲਦੇ ਕੀ ਹੈ? ਸੁੱਖ ਭਾਲਦੇ ਹਾਂ। ਹਾਂ ਮੈਂ ਅਰਜ਼ ਕਰਿਆ ਸੀ, ਉੱਥੇ ਜੋੜਿਓ ਖਿਆਲ। ਹੁਣ ਉਹ ਭੈਣ ਪੁੱਛਦੀ ਹੈ, ਗੁਰੂ ਜੀ ਕਹਿੰਦੇ ਲੈ ਮੈਂ ਤੈਨੂੰ ਇੱਕ ਗੱਲ ਦੱਸ ਦੇਣਾ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸ਼ਲੋਕ ਹੈ। ਉਹ ਕੀ ਕਹਿੰਦੇ? ਹੋ ਪਤੀ ਕਿਹੜਿਆਂ ਗੁਣਾਂ ਦਾ ਵਸ ਆਵੇ, ਪੁੱਛਦੀ ਸੁਹਾਗਣਾ ਤੋਂ। ਹੋ ਪਤੀ ਕਿਹੜਿਆਂ ਗੁਣਾਂ ਦਾ ਵਸ ਆਵੇ, ਪੁੱਛਦੀ ਸੁਹਾਗਣਾ ਤੋਂ। ਪਤੀ ਕਿਹੜਿਆਂ ਗੁਣਾਂ ਦਾ ਵਸ ਆਵੇ, ਪੁੱਛਦੀ ਸੁਹਾਗਣਾ ਤੋਂ। ਪਤੀ ਕਿਹੜਿਆਂ ਗੁਣਾਂ ਨਾਲ ਵਸ ਆਵੇ, ਉਹ ਪੁੱਛਦੀ ਸੁਹਾਗਣਾ ਤੋਂ। ਜੀ ਪਤੀ ਕਿਹੜਿਆਂ ਗੁਣਾਂ ਨਾਲ ਵਸ ਆਵੇ, ਗੁਣਾਂ ਨਾਲ ਵਸ ਆਵੇ, ਸ੍ਰੀ ਸੁਹਾਗਣਾ ਤੋਂ। ਕਿਹੜਿਆਂ ਗੁਣਾਂ ਨਾਲ ਵਸ ਆਵੇ, ਪੁੱਛਦੀ ਸੁਹਾਗਣਾ ਤੋਂ। ਪਤੀ ਕਿਹੜਿਆਂ ਗੁਣਾਂ ਨਾਲ ਵਸ ਆਵੇ, ਪੁੱਛਦੀ ਸੁਹਾਗਣਾ ਤੋਂ। ਉਹ ਪਤੀ ਕਿਹੜਿਆਂ ਗੁਣਾਂ ਨਾਲ ਵਸ ਆਵੇ, ਪੁੱਛਦੀ ਸੁਹਾਗਣਾ ਤੋਂ। ਜੀ ਕਹਿੰਦੇ ਮਿੱਠਾ ਬੋਲੇ ਨਿਵ ਚੱਲੇ। ਦੇਖੋ ਇਹ ਸ਼ਲੋਕ ਗੁਰਬਾਣੀ ਦਾ। ਮਹਾਰਾਜ ਜੀ ਕਹਿੰਦੇ ਮਿੱਠਾ ਬੋਲੇ ਨਿਵ ਚੱਲੇ, ਪੱਲੋ ਨਾ ਕਿਛ ਦੇ, ਰੱਬ ਤਿਨਾਂ ਦੇ ਬੁਕੜੀ ਜੰਗਲ ਕਿਆ ਟੁੰਡੇ। ਕਹਿੰਦੇ ਪਰਮਾਤਮਾ ਕੰਤ ਤਾਂ ਪਤੀ ਤਾਂ ਤੇਰਾ ਨੇੜੇ ਹੈ, ਪਰ ਤੈਨੂੰ ਉਹਨੂੰ ਜਿਹੜਾ ਨਾ ਬਸ ਕਰਨ ਦਾ ਤੇਰੇ ਕੋਲ ਮੰਤਰ ਹੀ ਹੈ ਨਹੀਂ। ਜੇ ਤੇਰੇ ਕੋਲ ਅਗਰ ਉਹ ਮੰਤਰ ਹੋਵੇ ਨਾ ਕਿਤੇ, ਤੇ ਫਿਰ ਤੇਰਾ ਪਤੀ ਬਸ ਵਿੱਚ ਆ ਜਾਂਦਾ। ਜਿਵੇਂ ਉਹ ਸੰਤ ਸੁਣਾਉਂਦੇ ਸਾਡੇ, ਕਹਿੰਦੇ ਕਿਸੇ ਘਰ ਦੇ ਵਿੱਚ, ਚਲੋ ਅੱਜ ਕੱਲ੍ਹ ਕਲੇਸ਼ ਦਾ ਯੁੱਗ ਹੈ, ਚੱਲਦਾ ਹੀ ਹਰ ਇੱਕ ਦੇ ਘਰ ਥੋੜ੍ਹਾ ਥੋੜ੍ਹਾ ਚੱਲਦਾ ਹੈ। ਕਿਸੇ ਦੇ ਬਹੁਤਾ ਹੋ ਜਾਂਦਾ ਫਿਰ ਬਾਹਰ ਪਤਾ ਲੱਗ ਜਾਂਦਾ, ਨਹੀਂ ਅੰਦਰ ਅੰਦਰ ਦਾ। ਚਲੋ ਮਾਫ ਕਰਿਓ ਪਿਆਰਿਓ। ਉਹ ਕਹਿੰਦੇ ਕਿਸੇ ਦੇ ਘਰੇ ਕਲੇਸ਼ ਮਾੜਾ ਮੋਟਾ ਆਪਸ ਵਿੱਚ ਹੁੰਦਾ ਸੀ, ਨੂੰਹ ਸੱਸ ਦਾ ਬੋਲਦੀਆਂ ਸੀ। ਉਹ ਕਿਸੇ ਸੰਤਾਂ ਕੋਲ ਚਲੇ ਗਏ, ਕਹਿੰਦੇ ਸਾਡੇ ਘਰ ਦੇ ਵਿੱਚ ਕੋਈ ਕਲੇਸ਼ ਹੈ, ਦੇ ਦਿਓ ਕੋਈ ਤਵੀਤ ਕਰਕੇ, ਕੋਈ ਧਾਗਾ ਧੁੱਗਾ ਕਰ ਦਿਓ। ਉਹ ਕਹਿੰਦੇ ਵੀ ਇਹਨਾਂ ਨੂੰ ਚਲੋ ਕਿਸੇ ਜੁਗਤੀ ਨਾਲ ਸਮਝਾ, ਜੁਗਤੀ ਨਾਲ। ਹਰ ਕੱਲ ਪਰਸੋਂ ਦੀਆਂ ਗੱਲਾਂ ਨੇ, ਦੇਖੋ ਜੁਗਤੀ ਨਾਲ ਹੀ ਸਮਝਾਉਣ ਦੀ ਗੱਲ ਹੁੰਦੀ ਹੈ। ਇੱਕ ਹੁਣ ਕੋਈ ਐਂ ਤਾਂ ਨਹੀਂ ਵੀ ਪੁੜੀ ਘੋਲ ਕੇ ਪਾ ਦਿਓ ਦਿਮਾਗ ਦੇ ਵਿੱਚ ਉਹ ਠੀਕ ਹੋ ਜੂ, ਇਸ ਤਰ੍ਹਾਂ ਨਹੀਂ ਹੁੰਦਾ। ਇਹ ਗੱਲ ਸਮਝਾਉਣ ਦੀ ਹੁੰਦੀ ਹੈ। ਸੰਤ ਵਾਹਿਗੁਰੂ ਵਾਹਿਗੁਰੂ ਕਰਦੇ ਸੀ, ਮਾਲਾ ਉਹਨਾਂ ਕੋਲ ਚੱਕੀ ਹੋਈ ਸੀ, ਵੱਡੇ ਵੱਡੇ ਮਣਕੇ ਸੀ। ਉਹਨਾਂ ਨੇ ਸੰਤਾਂ ਨੇ ਮਾਲਾ ਤੋੜੀ ਆਪਦੀ, ਅਤੇ ਇੱਕ ਮਣਕਾ ਕੱਢ ਲਿਆ ਉਹਦੇ ਵਿੱਚੋਂ। ਇੱਕ ਮਣਕਾ ਕੱਢ ਕੇ ਉਹ ਮਾਈ ਨੂੰ ਕਹਿੰਦੇ ਧੋ ਕੇ, ਕਹਿੰਦੇ ਆਹ ਲੈ ਮਣਕਾ, ਇਹਦੇ ਨਾਲ ਮੈਂ ਬਹੁਤ ਨਾਮ ਜਪਿਆ, ਸਾਰੀ ਜ਼ਿੰਦਗੀ ਹੋ ਗਈ। ਕਹਿੰਦੇ ਮੈਨੂੰ ਵਾਹਿਗੁਰੂ ਵਾਹਿਗੁਰੂ ਕਰਦਿਆਂ ਨੂੰ। ਬਾਬਾ ਜੀ ਫੇਰ ਕਹਿੰਦੇ ਇਹਦੇ ਵਿੱਚ ਬਹੁਤ ਵੱਡੀ ਸ਼ਕਤੀ ਹੈ, ਦੇਖੀ ਕਰਨਾ ਕੀ ਹੈ। ਕਹਿੰਦੇ ਐਂ ਕਰੀ, ਅੰਮ੍ਰਿਤ ਵੇਲੇ ਉੱਠ ਕੇ ਇਹਨੂੰ ਧੋ ਕੇ ਚੰਗੀ ਤਰ੍ਹਾਂ ਆਪਣੀ ਜਾੜ ਥੱਲੇ ਲੈ ਲਈ। ਕਹਿੰਦੇ ਜੀ ਠੀਕ ਹੈ। ਅਤੇ ਉਹ ਉਸੇ ਤਰ੍ਹਾਂ ਹੀ ਉਹਨੇ ਕਰਿਆ। ਅੰਮ੍ਰਿਤ ਵੇਲੇ ਉੱਠੀ, ਨਹਾਤੀ ਧੋਤੀ, ਉਹ ਮਣਕਾ ਧੋ ਕੇ ਜਾੜ ਥੱਲੇ ਲੈ ਲਿਆ। ਹੁਣ ਜੇ ਇੱਕ ਧਿਰ ਚੁੱਪ ਕਰ ਜੂਗੀ, ਜੇ ਇੱਕ ਬੋਲੀ ਜਾਊਗੀ, ਉਹ 5-7 ਮਿੰਟ ਬੋਲ ਕੇ ਆਪੇ ਹਟ ਜੂਗੀ। ਹੁਣ ਉਹਨੇ ਮਣਕਾ ਆਪਣੇ ਜਾੜ ਥੱਲੇ ਲੈ ਲਿਆ। ਉਹ ਕਹਿੰਦਾ ਇਉਂ ਕਰੀ, ਇਸ ਮਣਕੇ ਨੂੰ ਦੱਬੀ ਚੱਲੀ ਪੂਰੀ ਜ਼ੋਰ ਨਾਲ। ਜੇ ਤੈਨੂੰ ਢਿੱਲਾ ਛੱਡਤਾ ਨਾ, ਫੇਰ ਤੇਰੇ ਉੱਤੇ ਅਸਰ ਹੋ ਜਾਊਗਾ ਗਲਤ। ਉਹ ਕਹਿੰਦੀ ਚੰਗਾ ਠੀਕ ਹੈ। ਉਹ ਮਾਤਾ ਦਾ ਸੁਭਾਅ ਚਲੋ ਇਹੋ ਜਿਹੀ ਸੀ। ਬਹੁਤਿਆਂ ਦਾ ਹੁੰਦਾ ਸੁਭਾਅ, ਬਹੁਤਿਆਂ ਦਾ ਹੁੰਦਾ ਵੀ ਚਲੋ ਕਈ ਵਾਰੀ ਗੱਲਾਂ ਚੱਲਦੇ ਚੱਲ, ਕਈਆਂ ਤੋਂ ਖਹਿੜਾ ਛਡਾਉਣਾ ਔਖਾ ਹੋ ਜਾਂਦਾ। ਉਹ ਆਪਦੀ ਹੀਰ ਤੋਰ ਕੇ ਬਹਿ ਜਾਂਦੇ ਨੇ ਗਾਂ ਦੀ ਗਾਂ। ਹੁਣ ਉਹਨਾਂ ਮਾਤਾ ਨੇ ਜਦੋਂ ਅੰਮ੍ਰਿਤ ਵੇਲੇ ਬੋਲੀ, ਮਾਤਾ ਭਾਂਡੇ ਇੱਥੇ ਪਏ ਨੇ, ਆਹ ਕੱਪੜੇ ਇੱਥੇ ਪਏ ਨੇ, ਆਹ ਝਾੜੂ ਨਹੀਂ ਮਾਰਿਆ,
ਆ ਹੀ ਨਹੀਂ ਕਰਿਆ, ਲੱਗੀ ਬੋਲਣ। ਉਹਨੇ ਯਾਦ ਆ ਗਿਆ ਵੀ ਸੰਤਾਂ ਦਾ ਮਣਕਾ ਦਿੱਤਾ ਹੋਇਆ ਸੀ, ਉਹਨੇ ਲਿਆਂਦਾ, ਧੋ ਕੇ ਫਟਾਫਟ ਜੜ ਥੱਲੇ ਲੈ ਲਿਆ। ਹੁਣ ਉਹ ਮਾਤਾ ਜਿਹੜੀ ਉੱਚੀ ਉੱਚੀ ਬੋਲਦੀ ਹੈ ਉਹ ਚੁੱਪ ਕਰਕੇ ਬਹਿ ਗਈ, ਐ ਮੌਨ ਧਰ ਕੇ। ਜੇ ਤਾਂ ਬੋਲਦੀ ਹੈ ਤਾਂ ਮਣਕਾ ਮੂੰਹ ਚੋਂ ਨਿਕਲ ਕੇ ਡਿੱਗਦਾ। ਉਹ ਸ਼ਾਂਤੀ ਨਾਲ ਬੈਠ ਗਈ, ਉਹ 5-7 ਮਿੰਟ ਬੋਲੀ, ਚੁੱਪ ਕਰ ਗਈ। ਕਹਿੰਦੀ ਹੁਣ ਇਹ ਆਪਾਂ ਕੀ ਕਹਿ ਸਕਦੇ ਹਾਂ ਕਿ ਜਦੋਂ ਇਹ ਤਾਂ ਕੁਝ ਬੋਲਦੀ ਹੋਈ ਨਹੀਂ। ਅਗਲਾ ਦਿਨ ਫੇਰ ਹੋਇਆ, ਲੱਗੀ ਬੋਲਣ, ਉਹਨੇ ਫੇਰ ਮਣਕਾ ਗਲ ਵਿੱਚ ਜਿਹੜਾ ਆਪਣੀ ਜੜ ਥੱਲੇ ਲੈ ਲਿਆ। 5-7 ਮਿੰਟਾਂ ਬਾਅਦ ਫੇਰ ਚੁੱਪ ਹੋ ਗਈ। ਜਦੋਂ ਇੱਕ ਧਿਰ ਚੁੱਪ ਹੋ ਗਈ, ਘਰ ਦੇ ਵਿੱਚ ਸ਼ਾਂਤੀ ਹੋ ਗਈ। ਬੋਲੋ ਸਤਿਨਾਮ ਵਾਹਿਗੁਰੂ। ਘਰ ਦੇ ਵਿੱਚ ਸ਼ਾਂਤੀ ਹੋ ਗਈ। ਜੇ ਹੁਣ ਮੈਂ ਵੀ ਬੋਲੀ ਜਾਵਾਂ, ਚਲੋ ਘਰ ਆਪਣੇ ਘਰ ਦੇ ਵਿੱਚ ਹੈ, ਜੇ ਇੱਕ ਬੰਦਾ ਬੋਲੂ ਤਾਂ ਇੱਕ ਚੁੱਪ ਕਰ ਜੇ, ਧਿਰ ਚੁੱਪ ਕਰ ਜੇ। ਮਰਜੀ ਕਹਿਣ ਦੇ ਕੰਤ ਨਾ ਕਿਹਨੂੰ ਹੂੰ ਮੈਂ ਮਿਲਿਆ, ਤੇਰਾ ਕੰਤ ਤੇਰਾ ਪਤੀ ਤੇਰੇ ਬਸ ਵਿੱਚ ਆ ਜਾਊਗਾ ਜ਼ਰੂਰ, ਪਰ ਤੈਨੂੰ ਮੌਨ ਧਾਰਨਾ ਪਊਗਾ। ਜੇ ਤੂੰ ਵੀ ਨਾ ਮੌਨ ਧਾਰਿਆ, ਉਹਨੇ ਵੀ ਨਾ ਧਾਰਿਆ, ਫਿਰ ਤਾਂ ਉਹ ਕਹਿੰਦੇ ਹੋਏ ਲਾਤ ਪਰ ਲਾਤ, ਗਿਆਨੀ ਕੋ ਗਿਆਨੀ ਮਿਲੇ, ਕਰੇ ਗਿਆਨ ਕੀ ਬਾਤ, ਖੋਤੇ ਕੋ ਖੋਤਾ ਮਿਲੇ, ਹੋਏ ਲਾਤ ਪਰ ਲਾਤ। ਕਹਿੰਦੇ ਫੇਰ ਨਹੀਂ ਕੁਝ ਬਣਦਾ ਹੈ। ਆਓ ਉੱਥੇ ਜੋੜਿਓ ਖਿਆਲ। ਰਾਮ ਕਥਾ ਜੁਗ ਜੁਗ ਟਲ ਸਭ ਕੋਈ ਭਾਖਤ ਨੇਤ। ਕਹਿੰਦੇ ਪਿਆਰ ਦੇ ਵਿੱਚ ਆ ਕੇ ਜਦੋਂ ਇੱਕ ਨੂੰ ਬਨਵਾਸ ਮਿਲਿਆ, ਪਤੀ ਕਹਿੰਦਾ ਮੈਂ, ਰਾਮ ਕਹਿੰਦਾ ਮੈਂ ਚੱਲਿਆ, ਭਰਾ ਕਹਿੰਦਾ ਮੈਂ ਵੀ ਚੱਲੂਗਾ। ਪਤਨੀ ਕਹਿੰਦੀ ਮੈਂ ਇੱਥੇ 14 ਸਾਲ ਕੀ ਕਰਨਾ ਹੈ, ਅਜਾੜ ਵਿੱਚ ਰਹਿ ਕੇ, ਮੈਂ ਤਾਂ ਆਪ ਤੇਰੇ ਨਾਲ ਹੀ ਚੱਲੂਗੀ। ਜਦੋਂ ਪਤਾ ਲੱਗਿਆ ਅਯੁੱਧਿਆ ਵਾਸੀਆਂ ਨੂੰ ਭਗਵਾਨ ਰਾਮ ਨੂੰ ਬਨਵਾਸ ਹੋ ਗਿਆ, ਤੇ ਨਾਲ ਸਾਰੀ ਅਯੁੱਧਿਆ, ਰਾਮ ਕਥਾ ਜੁਗ ਜੁਗ ਟਲ ਸਭ ਕੋਈ ਭਾਖ ਤਨੇਤ, ਸੁਰਗ ਬਾਸ ਰਗਵਰ ਕਰਾਂ, ਸਾਰੀ ਜਿਤਨੀ ਸਗਰੀ ਪੁਰੀ ਸਮੇਤ। ਕਹਿੰਦੇ ਉਹ ਸਾਰੀ ਅਯੁੱਧਿਆ ਇਕੱਠੀ ਹੋ ਕੇ ਆ ਗਈ। ਭਗਵਾਨ ਰਾਮ ਜੇ ਤੈਨੂੰ ਬਨਵਾਸ ਹੋਇਆ 14 ਸਾਲ ਦਾ, ਫਿਰ ਅਸੀਂ ਇੱਥੇ ਰਹਿ ਕੇ ਕੀ ਗੱਲ ਨਾ 14 ਸਾਲ ਤੇਰੇ ਨਾਲ ਹੀ ਰਵਾਂਗੇ। ਫਿਰ ਦਸਮ ਪਾਤਸ਼ਾਹ ਮਹਾਰਾਜ ਜੀ ਲਿਖਦੇ ਨੇ ਆਪਣੀ ਪਾਵਨ ਪਵਿੱਤਰ ਬਾਣੀ ਅੰਦਰ, ਕਹਿੰਦੇ ਰਾਤ ਨੂੰ ਅਯੁੱਧਿਆ ਵਾਸੀ ਸੁੱਤੇ ਪਏ ਸੀ। ਅਯੁੱਧਿਆ ਵਾਸੀਆਂ ਨੂੰ ਰਾਤ ਨੂੰ ਭਗਵਾਨ ਰਾਮ ਜੀ ਸਾਰਿਆਂ ਦੀ ਪਰਿਕਰਮਾ ਕਰਕੇ ਫੇਰ ਗਏ ਸੀ ਛੱਡ ਕੇ। ਫਿਰ 14 ਸਾਲ ਬਾਅਦ ਫਿਰ ਬੜਾ ਕੁਝ ਜੰਗਲ ਦੇ ਵਿੱਚ ਵੀ ਹੋਇਆ, ਬੜੀ ਕਥਾ ਦਸਮ ਪਾਤਸ਼ਾਹ ਨੇ 1/3 ਭਾਗ ਜਿਹੜੇ ਨਾ ਉਹ ਰਾਮਾਵਤਾਰ ਦੇ ਨੇ, ਉਹਨੂੰ ਰਾਮਾਵਤਾਰ ਦੀ ਕਥਾ ਆਖਿਆ ਜਾਂਦਾ। ਤੇ ਆਹ ਸਮਾਂ ਫਿਰ ਆ ਰਿਹਾ ਜਿਹੜਾ ਹੁਣ 2 ਬਣੇ, ਇੱਕ 25 ਦਾ ਇੱਕ 26 ਦਾ ਦੁਸਹਿਰਾ। ਪਤਾ ਨਹੀਂ ਚਲੋ ਕਿਹੜਾ ਮਨਾਉਣਗੇ, ਮੌਜ ਆਪਾਂ ਨੇ ਕੀ ਲੈਣਾ ਇਸ ਗੱਲ ਤੋਂ। ਆਪਾਂ ਤਾਂ ਗੁਰੂ ਅੱਗੇ ਰੋਜ਼ ਹੀ ਨਿਤ ਨਿਤ ਚੜ੍ਹਿਆ ਸਵਾਈ, ਰੋਜ਼ ਆਪਣਾ ਦੁਸਹਿਰਾ ਹੁੰਦਾ ਅੰਮ੍ਰਿਤ ਵੇਲੇ ਗੁਰੂ ਦੇ ਚਲਨਾਂ ਦੇ ਵਿੱਚ। ਭਗਵਾਨ ਰਾਮ ਜੀ ਅਯੁੱਧਿਆ ਤੋਂ ਜਿਹੜਾ ਉਹ 14 ਸਾਲ ਦਾ ਬਨਵਾਸ ਕਰਕੇ ਅਯੁੱਧਿਆ ਵਾਸੀ ਆਏ। ਕਹਿੰਦੇ ਜਿੱਦਾਂ ਭਗਵਾਨ ਨੇ ਆਪਣਾ ਪਵਿੱਤਰ ਚਰਨ ਘਰ ਵਿੱਚੋਂ ਚੁੱਕ ਲਿਆ, ਉਹਦੇ ਨਾ ਸਾਰੀ ਅਯੁੱਧਿਆ ਵਿੱਚ ਤੇ ਨਾ ਰਾਜੇ ਦਸ਼ਰਥ ਦੇ ਮਹਿਲਾਂ ਦੇ ਵਿੱਚ ਕਹਿੰਦੇ ਜੋਤ ਨਹੀਂ ਚੱਲੀ, ਹਨੇਰਾ ਹੋ ਗਿਆ। ਹਨੇਰਾ ਜਿਵੇਂ ਆ ਬੱਲਬ ਬੁਝਾ ਦਈਏ, ਹਨੇਰਾ ਹੋ ਜੇ ਨਾ। ਕਹਿੰਦੇ 14 ਸਾਲ ਲੋਕਾਂ ਦੇ ਘਰਾਂ ਦੇ ਵਿੱਚ ਹਨੇਰ ਰਿਹਾ। ਇੱਕ ਤਾਂ ਦੁਨਿਆਵੀ ਹਨੇਰਾ, ਇੱਕ ਦਿਲਾਂ ਦੇ ਵਿੱਚ ਪ੍ਰੇਮ ਦਾ ਹਨੇਰਾ ਹੋ ਗਿਆ। ਭਗਵਾਨ ਰਾਮ ਜੀ ਸਾਨੂੰ ਚੰਗੀ ਸੇਧ ਦਿੰਦੇ ਸੀ। ਜਿਹੜਾ ਅੰਦਰਲਾ ਹਨੇਰਾ ਹੋ ਜਾਵੇ ਨਾ ਜਦੋਂ, ਫਿਰ ਮਨੁੱਖ ਠੇਬੇ ਖਾਂਦਾ ਹੈ। ਕਹਿੰਦੇ 14 ਸਾਲਾਂ ਬਾਅਦ ਆਏ, ਜਦੋਂ ਆਏ ਅਯੁੱਧਿਆ ਦੇ ਵਿੱਚ ਉਹਨਾਂ ਦੇ ਅੰਦਰਲੀ ਜੋਤ ਵੀ ਚੱਲ ਪਈ, ਖੁਸ਼ੀ ਦੀ ਜੋਤ ਚੱਲ ਪਈ। ਤੇ ਦੂਸਰਾ ਦੇਸੀ ਘਿਓ ਦੇ ਦੀਵੇ, ਜਿੱਥੋਂ ਜਿੱਥੋਂ ਦੀ ਭਗਵਾਨ ਰਾਮ ਨੇ ਲੰਘਣਾ ਸੀ ਨਾ, ਉੱਥੋਂ ਉੱਥੋਂ ਦੀ ਦੇਸੀ ਘਿਓ ਦੇ ਦੀਵੇ ਚੱਲਦੇ ਸੀ ਸਾਰੇ। ਅੱਜ ਸਾਡੇ ਭਗਵਾਨ ਰਾਮ ਜੀ ਮਹਾਰਾਜ ਅਯੁੱਧਿਆ ਦੇ ਵਿੱਚ 14 ਸਾਲ ਦਾ ਬਨਵਾਸ ਕੱਟ ਕੇ, ਬਸ ਇਹਦੇ ਵਿੱਚੋਂ ਕੋਈ ਸਿੱਖਿਆ ਵਾਲੀ ਗੱਲ ਭਾਲੀਏ, ਕੱਪੜੇ ਪਾ ਕੇ ਉਹਨਾਂ ਦੀ ਨਕਲ ਕਰਕੇ ਨਹੀਂ ਕੁਝ ਬਣਨਾ ਹੈ। ਏਡਾ ਵੱਡਾ ਅਵਤਾਰ ਹੋਵੇ, ਰਹਿਬਰ ਹੋਵੇ, ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਕੋਈ ਦੇਖੇ ਤਾਂ ਨਕਲ ਕਰਕੇ, ਸਾਹਿਬਜ਼ਾਦਿਆਂ ਦੀ ਜਾਂ ਹੋਰ ਕਿਸੇ ਦੀ ਵੀ ਕੋਈ ਨਕਲ ਕਰਕੇ ਵੇਖੇ। ਕਿਉਂ ਅਵਤਾਰੀ ਪੁਰਸ਼ਾਂ ਨੂੰ ਉਹਨਾਂ ਦੀ ਨਕਲ ਅਸੀਂ ਨਹੀਂ ਕਰ ਸਕਦੇ। ਹੁਣ ਦੂਸਰੇ ਪਾਸੇ ਸਿੱਖ ਧਰਮ ਕੰਨੀ ਖਿਆਲ ਜੋੜੀਏ ਆਪਾਂ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ, ਮੈਂ ਕੱਲ੍ਹ ਅਰਜ਼ ਕਰਿਆ ਸੀ ਸਾਬੋ ਕੀ ਤਲਵੰਡੀ ਤੋਂ ਮਹਾਰਾਜ ਜਦੋਂ ਬਦਾਇਗੀ ਲੈ ਕੇ ਗਏ, ਡੱਲੇ ਸਰਦਾਰ ਨੇ ਆਖਿਆ ਮਹਾਰਾਜ ਹੁਣ ਕਿਰਪਾ ਕਰ ਦਿਓ। ਮਹਾਰਾਜ ਜੀ ਕਹਿੰਦੇ ਹਾਂ, ਬੜੇ 9-10 ਮਹੀਨੇ ਇੱਥੇ ਤੁਸੀਂ ਆਨੰਦ ਵਰਤਾਇਆ, ਕਥਾ ਕੀਰਤਨ ਹੁੰਦਾ, ਤਖਤ ਦਾ ਬਰ ਦੇ ਦਿੱਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਉਚਾਰਨ ਕਰ ਦਿੱਤਾ। 4 ਬੀੜਾਂ ਬਾਬਾ ਦੀਪ ਸਿੰਘ ਨੇ, ਭਾਈ ਮਨੀ ਸਿੰਘ ਨੇ ਲਿਖੀਆਂ। ਉਹ ਮਹਾਰਾਜ ਇੰਨਾ ਪ੍ਰੇਮ ਪਾ ਕੇ ਹੁਣ ਕੀ ਕਰਦੇ ਹੋ? ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਹੁਣ ਸਾਡਾ ਅੱਗੇ ਸਮਾਂ ਸਾਨੂੰ ਉਡੀਕ ਰਿਹਾ ਹੈ। ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਫਿਰ ਡੱਲੇ ਸਰਦਾਰ ਨੇ ਆਖਿਆ, ਸੱਚੇ ਪਾਤਸ਼ਾਹ ਸਾਡਾ ਜੀ ਨਹੀਂ ਲੱਗਣਾ ਕੱਲਿਆਂ ਦਾ, ਜੀ ਨਹੀਂ ਲੱਗਣਾ ਕੱਲਿਆਂ ਦਾ, ਜੀ ਨਹੀਂ ਲੱਗਣਾ
ਕੱਲਿਆਂ ਦਾ ਸਾਡਾ ਜੀ ਨੀ ਲੱਗਣਾ ਕੱਲਿਆਂ ਦਾ ਜੀ ਨੀ ਲੱਗਣਾ ਕੱਲਿਆਂ ਦਾ ਸਾਡਾ ਜੀ ਨੀ ਲੱਗਣਾ ਕੱਲਿਆਂ ਦਾ ਸਾਰੇ ਕਹਿਣ ਲੱਗੇ ਫੇਰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਡੱਲੇ ਨੇ ਤੇ ਸਾਰੇ ਸਿੱਖਾਂ ਨੇ ਇਕੱਠੇ ਹੋ ਕੇ ਆਖਿਆ ਮਹਾਰਾਜ ਚਲੋ ਫਿਰ ਅਸੀਂ ਵੀ ਨਾਲ ਹੀ ਚੱਲਦੇ ਹਾਂ। ਮਹਾਰਾਜ ਕਹਿਣ ਲੱਗੇ ਤੁਹਾਡਾ ਕੰਮ ਨਹੀਂ, ਉੱਥੇ ਮੇਰਾ ਹੀ ਹੈ। ਡੱਲਾ ਸਰਦਾਰ ਹੱਥ ਬੰਨ ਕੇ ਘਰ ਵਾਲੀ ਬੀਬੀ ਸਾਰੇ ਜਿਤਨੇ ਵੀ ਸੀ ਉਹਨਾਂ ਨੇ ਆਖਿਆ ਉਹ ਸਾਨੂੰ ਨਾਲ ਲੈ ਕੇ ਜਾਓ ਜੀ ਨਹੀਂ ਲੱਗਣਾ ਜੀ ਨਹੀਂ ਲੱਗਣਾ ਕੱਲਿਆਂ ਦਾ ਸਾਡਾ ਜੀ ਨੀ ਲੱਗਣਾ ਕੱਲਿਆਂ ਦਾ ਸਾਡਾ ਜੀ ਨਹੀਂ ਲੱਗਣਾ ਕੱਲਿਆਂ ਦਾ ਨਾਲੇ ਲੈ ਕੇ ਜਾਇਓ ਜੀ ਨੀ ਲੱਗਣਾ ਕੱਲਿਆਂ ਦਾ ਸਾਡਾ ਜੀ ਨੀ ਲੱਗਣਾ ਕੱਲਿਆਂ ਦਾ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਚਲੋ ਅੱਗੇ ਫਿਰ ਨਗਰਾਂ ਨੂੰ ਤਾਰਦਿਆਂ ਸੱਚੇ ਪਾਤਸ਼ਾਹ ਅੱਗੇ ਗਏ। ਬਹਾਦਰ ਸ਼ਾਹ ਦਾ ਦਰਬਾਰ ਸਜਿਆ। ਬਹਾਦਰ ਸ਼ਾਹ ਦੀ ਚਿੱਠੀ ਮਿਲੀ ਮਹਾਰਾਜ ਆਪ ਜੀ ਨੇ ਦੇੜ ਨੂੰ ਜਾ ਰਹੇ ਹੋ। ਮਹਾਰਾਜ ਜੀ ਕਹਿਣ ਲੱਗੇ ਹਾਂ ਚੰਗਾ ਕਿਰਪਾ ਕਰ ਦਿਓ ਮੇਰੇ ਦਰਬਾਰ ਵਿੱਚ ਆ ਕੇ ਆਪਣੇ ਮੁਬਾਰਕ ਚਲਣ ਪਾ ਦਿਓ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਬਹਾਦਰ ਸ਼ਾਹ ਦੇ ਦਰਬਾਰ ਵਿੱਚ ਚਲੇ ਗਏ। ਉੱਠ ਕੇ ਰਾਜੇ ਨੇ ਸਤਿਕਾਰ ਕਰਿਆ। ਉਹ ਦੁਨਿਆਵੀ ਰਾਜਾ ਸੀ ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਿਹੜੇ ਸੀ? ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪੈਨਾ। ਉਹ ਸਾਰੀ ਦੁਨੀਆ ਦੇ ਰਾਜੇ ਸਨ। ਬਹਾਦਰ ਸ਼ਾਹ ਨੇ ਉੱਠ ਕੇ ਸਤਿਕਾਰ ਕਰਿਆ ਤੇ ਮਹਾਰਾਜ ਜੀ ਨੂੰ ਆਪਣੇ ਨਾਲੋਂ ਉੱਚੀ ਕੁਰਸੀ ਦੇ ਕੇ ਬਿਠਾ ਦਿੱਤਾ। ਮਹਾਰਾਜ ਜੀ ਸਜ ਗਏ, ਫੌਜਾਂ ਸਜ ਗਈਆਂ ਸਾਰੀਆਂ, ਕਲਗੀ ਸਜੀਏ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੀਸ ਉੱਤੇ। ਰਾਜੇ ਨੇ ਨਮਸਕਾਰ ਕਰੀ ਸਾਰਿਆਂ ਨੇ, ਪਰ ਉਹਦੇ ਦਰਬਾਰ ਵਿੱਚ ਇੱਕ ਕਾਜੀ ਹੈ, ਮੁਸਲਮਾਨ ਕਾਜੀ ਹੈ। ਉਹਨੇ ਆ ਕੇ ਅਰਜ਼ ਕਰੀ ਮਹਾਰਾਜ ਤੁਸੀਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ, ਤੁਹਾਡੇ ਬੱਚੇ ਸ਼ਹੀਦ ਹੋ ਗਏ, ਤੁਸੀਂ ਇੱਕ ਅਵਤਾਰੀ ਪੁਰਸ਼ ਹੋ, ਅੱਜ ਖੁਦ ਅਵਤਾਰ ਗੁਰੂ ਨਾਨਕ ਦਾ ਤੁਸੀਂ ਦੁਨੀਆ ਉੱਤੇ ਆਏ ਹੋ, ਪਰ ਕੋਈ ਤੁਹਾਡੇ ਕੋਲ ਕਰਾਮਾਤ ਨਹੀਂ ਹੈ। ਮਹਾਰਾਜ ਜੀ ਕਹਿਣ ਲੱਗੇ ਕਰਾਮਾਤ ਕਹਿਰ ਹੈ। ਜਿਹੜੇ ਫਕੀਰ ਹੁੰਦੇ ਨੇ ਨਾ ਉਹ ਕਿਸੇ ਤੇ ਕਰਾਮਾਤ ਨਹੀਂ ਆਪਣੀ ਵਿਖਾਉਂਦੇ। ਸੱਚੇ ਪਾਤਸ਼ਾਹ ਕੋਈ ਨਾ ਕੋਈ ਕਰਾਮਾਤ ਵਿਖਾਓ। ਉਹ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਬਾਦਸ਼ਾਹ ਦੇ ਸਾਹਮਣੇ ਨੀਵਾਂ ਝੁਕਾਉਣਾ ਚਾਹੁੰਦਾ ਸੀ। ਮਹਾਰਾਜ ਕੋਈ ਪ੍ਰਤੱਖ ਕਰਾਮਾਤ ਦਿਖਾਓ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਹਾਦਰ ਸ਼ਾਹ ਕਿੰਨੀ ਉਂਗਲ ਕਰਕੇ ਕਹਿਤੀ ਆ ਪ੍ਰਤੱਖ ਕਰਾਮਾਤ ਜਿਉਂਦੀ ਜਾਗਦੀ ਹੈ। ਇਹ ਕਿਵੇਂ? ਕਹਿੰਦੇ ਸਮੇਂ ਦਾ ਰਾਜਾ ਹੈ, ਭਾਵੇਂ ਇੱਕ ਜਿਹੜਾ ਕੋਈ ਗੁਨਾਹਗਾਰ ਉਹਨੂੰ ਫਾਂਸੀ ਦੇ ਦੇ, ਭਾਵੇਂ ਇੱਕ ਬੋਲ ਕਹਿ ਕੇ ਉਹਨੂੰ ਮਾਫ ਕਰ ਦੇਵੇ, ਪ੍ਰਤੱਖ ਕਰਾਮਾਤ ਹੈ। ਸੱਚੇ ਪਾਤਸ਼ਾਹ ਮਹਾਰਾਜ ਨੂੰ ਕਹਿੰਦਾ ਨਹੀਂ ਕੋਈ ਪ੍ਰਤੱਖ ਕਰਾਮਾਤ ਦਿਖਾਓ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉੱਠੇ, ਉਹਨਾਂ ਨੇ ਆਪਣੇ ਗੋਝੇ ਵਿੱਚੋਂ ਮੋਹਰ ਕੱਢ ਲਈ ਇੱਕ ਸੋਨੇ ਦੀ, ਐ ਸਾਹਮਣੇ ਕਰਤੀ, ਕਹਿੰਦੇ ਆ ਵੀ ਇੱਕ ਪ੍ਰਤੱਖ ਕਰਾਮਾਤ ਹੈ। ਅੱਜ ਨੋਟਾਂ ਨਾਲ ਜਿਹਨੂੰ ਮਰਜ਼ੀ ਖਰੀਦ ਲਓ, 4 ਪੈਸੇ ਸੁੱਟੋ, ਝੂਠੇ ਨੂੰ ਸੱਚਾ, ਸੱਚੇ ਨੂੰ ਝੂਠਾ, ਜਿਵੇਂ ਮਰਜ਼ੀ ਖਾ ਲਓ। ਕਹਿੰਦੇ ਇਹ ਵੀ ਇੱਕ ਪ੍ਰਤੱਖ ਕਰਾਮਾਤ ਹੈ। ਪੈਸਾ ਦੌਲਤ ਗੁਜਰਾਨ ਹੈ। ਮਰਜੀ ਕਹਿੰਦੇ ਪੈਸਾ ਵੀ ਇੱਕ ਕਰਾਮਾਤ ਹੈ। ਉਹ ਕਹਿਣ ਲੱਗਿਆ ਇਹ ਨਹੀਂ, ਇਹ ਗੱਲਾਂ 'ਚ ਨਾ ਟਾਲੋ, ਤੁਸੀਂ ਪ੍ਰਤੱਖ ਕਰਾਮਾਤ ਵਿਖਾਓ ਕੋਈ। ਸੱਚੇ ਪਾਤਸ਼ਾਹ ਮਹਾਰਾਜ ਜੀ ਉੱਠੇ, 3.5 ਫੁੱਟ ਦੀ ਤਲਵਾਰ ਪਾਈ ਹੋਈ ਸੀ, ਖਿੱਚ ਕੇ ਕਹਿੰਦੇ ਮੇਰੀ ਆ ਵੀ ਇੱਕ ਪ੍ਰਤੱਖ ਕਰਾਮਾਤ ਹੈ। ਦਿਖਾਵਾਂ ਹੁਣੀ ਤੇਰਾ ਸਿਰ ਧੜ ਦੇ ਨਾਲ ਹੁਣ ਇੱਥੇ ਲੱਗ ਕਰ ਦਿੰਦਾ, ਮੇਰੀ ਪ੍ਰਤੱਖ ਜਿਉਂਦੀ ਜਾਗਦੀ ਕਰਾਮਾਤ ਹੈ। ਚੂਕਾਰ ਅੱਜ ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਕਹਿੰਦੇ ਜਿਹੜੇ ਲੋਕ ਹੱਥ ਬੰਨਿਆ ਤੋਂ ਲੋਟ ਨਾ ਆਉਣ ਨਾ, ਬਹੁਤੇ ਐਸੇ ਹੁੰਦੇ ਨੇ ਉਹਨਾਂ ਪੂਰੇ ਹੱਥ ਬੰਨੀ ਜਾਓ, ਨਾ ਜੀ ਨਾ ਜੀ, ਉਹ ਫਿਰ ਨਜਾਇਜ਼ ਫਾਇਦਾ ਉਠਾ ਦਿੰਦੇ ਨੇ ਇਸ ਗੱਲ ਦਾ ਵੀ ਇਹਦੇ ਵਿੱਚ ਕੋਈ ਕਾਣ ਮੀਣੂ ਜਿਹੜਾ ਹੱਥ ਬੰਨੀ ਜਾਂਦਾ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਪਹਿਲਾਂ ਬੰਨੋ, ਹੱਥ ਬੰਨਣੇ ਚਾਹੀਦੇ ਨੇ, ਜਦੋਂ ਸਿਰ ਤੋਂ ਪਾਣੀ ਲੰਘ ਜਾਵੇ ਫਿਰ ਤਲਵਾਰ ਉਠਾਉਣੀ ਜਾਇਜ਼ ਹੈ। ਬਸ ਕਾਜੀ ਦੇ ਪੈਰਾਂ ਥੱਲੋਂ ਮਿੱਟੀ ਨਿਕਲ ਗਈ। ਜਦੋਂ ਸਾਹਮਣੇ 3.5 ਫੁੱਟ ਦੀ ਸ਼ਮਸ਼ੀਰ ਹੱਥ ਵਿੱਚ ਦੇਖੀ ਨਾ, ਬਿਜਲੀ ਵਾਂਗੂ ਚਮਕਦੀ ਹੈ, ਭੱਜ ਕੇ ਚਰਨ ਫੜ ਲਏ। ਦੇਖਿਓ ਮਹਾਰਾਜ ਕਹਿਣ ਲੱਗੇ ਮੈਂ ਤੈਨੂੰ ਪਹਿਲਾਂ ਕਹੀ ਜਾਂਦਾ ਵੀ ਆਹ ਪ੍ਰਤੱਖ ਕਰਾਮਾਤ ਹੈ, 2 ਤੈਨੂੰ ਦਿਖਾਤੀਆਂ, ਤੂੰ ਤੀਜੀ ਹਜੇ ਤਾਂ ਦਿਖਾਈ ਨਹੀਂ, ਤੀਜੀ ਤੈਨੂੰ ਕਰਾਮਾਤ। ਬਹਾਦਰ ਸ਼ਾਹ ਬਾਦਸ਼ਾਹ ਨੇ ਉੱਠ ਕੇ ਫਿਰ ਮਾਫੀ ਮੰਗੀ, ਮਹਾਰਾਜ ਕਿਰਪਾ ਕਰ ਦਿਓ, ਇਸ ਗੁਸਤਾਖ ਬੰਦੇ ਨੂੰ ਨਹੀਂ ਪਤਾ,
ਫਕਰਾਂ ਫਕੀਰਾਂ ਨਾਲ ਕਿਵੇਂ ਬੋਲਣਾ ਚਾਹੀਦਾ ਹੈ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮੈਂ ਤਾਂ ਪਹਿਲਾਂ ਕਿਹਾ ਸੀ ਵੀ ਆ ਜਾ ਲੋਟ ਆ ਜਾ, ਨਹੀਂ ਆਉਂਦਾ। ਫਿਰ ਮਹਾਰਾਜ ਜੀ ਨੇ ਕਿਹਾ ਉਹ ਬੈਰੀ ਨਾ ਹੁੰਦਾ ਮਿੱਤ ਹੱਥਾਂ ਬਾਜ ਕਰਾਰਿਆਂ ਦੇ, ਵੈਰੀ 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 ਨਾ ਹੁੰਦਾ ਮਿੱਤ ਹੱਥਾਂ ਬਾਜ ਕਰਾਰਿਆਂ ਦੇ। ਬੜੇ ਨਜ਼ਰਾਨੇ ਕੀਮਤੀ ਭੇਟਾ ਕਰੇ ਬਹਾਦਰ ਸ਼ਾਹ ਨੇ। ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਵਿਦਾਇਗੀ ਲੈ ਕੇ ਅੱਗੇ ਨੂੰ ਵੱਧ ਰਹੇ, ਨੰਦੇੜ ਦੀ ਧਰਤੀ ਨੂੰ। ਸੰਦੇਸ਼ੇ ਮਿਲ ਰਹੇ ਨੇ ਬਾਰ-ਬਾਰ ਮਹਾਰਾਜ ਉੱਥੇ ਨਾ ਜਾਓ। ਕਿਉਂ? ਉੱਥੇ ਇੱਕ ਮਾਧੋ ਦਾਸ ਬੈਰਾਗੀ, ਉਹਦੇ ਕੋਲੇ ਥੋੜੀ ਬਹੁਤੀ ਕਰਾਮਾਤ ਹੈ, ਪਰ ਆਏ ਗਏ ਸਾਧੂ ਦੀ ਕੋਈ ਵੀ ਉਹਦੇ ਡੇਰੇ ਵਿੱਚ ਚਲਾ ਜਾਂਦਾ ਉਹਦੀ ਬੇਅਦਬੀ ਕਰਦਾ, ਫਿਰ ਮਗਰੋਂ ਹੱਸਦਾ ਬੜਾ। ਮਹਾਰਾਜ ਜੀ ਕਹਿਣ ਲੱਗੇ ਉੱਥੇ ਜ਼ਰੂਰ ਜਾਵਾਂਗੇ। ਉਹ ਬਹੁਤਾ ਬਿਮਾਰ ਹੈ, ਮੈਂ ਉਹਦੇ ਵਾਸਤੇ ਦਵਾਈ ਲੈ ਕੇ ਚੱਲਿਆ ਪੰਜਾਬ ਦੀ ਧਰਤੀ ਤੋਂ। ਕਿਹੜੀ ਦਵਾਈ? ਉਹ ਹੱਥ ਵਿੱਚ ਤਲਵਾਰ ਫੜੀ ਹੋਈ ਹੈ। ਕਹਿੰਦੇ ਸਾਧੂ ਮਹਾਂਪੁਰਖਾਂ ਦੀ ਬੇਅਦਬੀ ਕਰਦਾ, ਉਹ ਇਸ ਵਾਸਤੇ ਥੋੜੀ ਮਨੁੱਖਾ ਦੇਹੀ ਮਿਲੀ ਹੈ। ਸੱਚੇ ਪਾਤਸ਼ਾਹ ਚਲੋ ਫਿਰ ਨੰਦੇੜ ਦੀ ਧਰਤੀ ਉੱਤੇ ਪਹੁੰਚ ਗਏ। ਇਹ ਫਿਰ ਅੱਗੇ ਇਤਿਹਾਸ ਪਹਿਲਾਂ ਤੁਹਾਡੇ ਨਾਲ ਮੈਂ ਸਾਂਝਾ ਕਰਿਆ। ਮਾਧੋ ਦਾਸ ਦੇ ਬੈੱਡ ਉੱਤੇ ਜਾ ਕੇ ਬੈਠ ਗਏ ਮਹਾਰਾਜ। ਕਿਸੇ ਨੇ ਜਾ ਕੇ ਕਿਹਾ 5 ਵੀਰ ਬਸ ਕਰੇ ਹੋਏ ਸੀ, ਉਹਨਾਂ ਨੇ ਆਪਣੀ ਸ਼ਕਤੀ ਪਹਿਲਾਂ ਵਰਤੀ, ਪਰ ਜਿੱਥੇ ਇੱਕ ਵੱਡਾ ਬਲਬ ਲੱਗਿਆ ਹੋਵੇ, ਵੱਡਾ 1000 ਵਾਟ ਦਾ ਕਹਿ ਲਓ, ਉੱਥੇ ਜ਼ੀਰੋ ਦੇ ਬਲਬਾਂ ਛੋਟੇ ਛੋਟੇ ਕੀ ਕੰਮ ਕਰਦੇ। ਚਲੋ ਹੁਣ ਸੂਰਜ ਚੜ੍ਹਨ ਵਾਲਾ, ਆਪਾਂ ਉਦਾਹਰਨ ਲਾ ਲਓ, ਸੂਰਜ ਚੜੂਗਾ ਜਦੋਂ, ਤੁਸੀਂ ਆਹ ਬਲਬ ਸਾਰੇ ਜਗਾ ਦਿਓ, ਬਾਹਰਲੇ ਜਿੰਨੇ ਆ ਸਾਰੇ ਜਗਾ ਦਿਓ, ਸੂਰਜ ਦੀ ਰੋਸ਼ਨੀ, ਇਹਨਾਂ ਦੀ ਰੋਸ਼ਨੀ ਕੁਦਰਤੀ ਮੱਧਮ ਪੈ ਜੂਗੀ, ਦਿਸਣਾ ਹੀ ਨਹੀਂ ਹੈਗਾ ਕੁਝ, ਸੂਰਜ ਦੀ ਰੋਸ਼ਨੀ ਦਿਸੂਗੀ। ਕਲਗੀਧਰ ਪਾਤਸ਼ਾਹ ਮਹਾਰਾਜ ਸੂਰਜ ਦੀ ਨਿਆਈ ਹੈ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਜਾ ਕੇ ਤਖਤ ਉੱਤੇ ਬੈਠ ਕੇ ਜਦੋਂ ਬੈਠੇ, ਸੱਚੇ ਪਾਤਸ਼ਾਹ ਮਹਾਰਾਜ ਵੀਰਾਂ ਨੇ ਜ਼ੋਰ ਲਾਇਆ, ਜਾ ਕੇ ਫਿਰ ਉਹਨੂੰ ਕਿਹਾ ਮਾਧੋ ਦਾਸ ਬੈਰਾਗੀ ਨੂੰ, ਅੱਜ ਤੇਰੇ ਨਾਲੋਂ ਵੀ ਕੋਈ ਰੰਗ ਰਤੜੀ ਰੂਹ ਆ ਗਈ, ਤੇਰੇ ਨਾਲੋਂ ਕਿਤੇ ਚੰਗੀ ਹੈ। ਜਦੋਂ ਇਹ ਵਡਿਆਈ ਸੁਣੀ, ਮੇਰੇ ਨਾਲੋਂ ਵੀ ਚੰਗਾ ਹੈ। ਕਹਿੰਦੇ ਮੈਂ ਤਾਂ ਇੰਨੀ ਮਿਹਨਤ ਕਰਕੇ ਇੱਥੋਂ ਤੱਕ ਪਹੁੰਚਿਆ, ਮੇਰੇ ਨਾਲੋਂ ਚੰਗਾ ਕੌਣ ਆ ਗਿਆ? ਜਦੋਂ ਕਹਿੰਦੇ ਉਹ ਜਿਹੜਾ ਪੀਰ ਹੈ ਨਾ ਇਹੋ ਜਿਹਾ, ਉਹ ਤਾਂ ਪੀਰਾਂ ਦਾ ਵੀ ਪੀਰ ਹੈ। ਪੜ੍ਹਦੇ ਹੁੰਦੇ ਸੰਤ ਬਾਬਾ ਕੁਲਦੀਪ ਸਿੰਘ ਜੀ ਕਲਾਲ ਵਾਲੇ ਮਹਾਂਪੁਰਖ, ਪਿਆਰ ਦੇ ਵਿੱਚ ਆ ਕੇ ਬਿਠਾ ਕੇ ਬੋਲੋ ਸਾਰੇ ਜੀ। ਉਹ ਕਹਿੰਦੇ ਉਹ ਬੈਠਾ ਤਾਂ ਪੀਰ ਪਲੰਗ ਤੇ ਜਿਹੜਾ, ਉਸ ਵੱਲ ਤੱਕਿਆ ਜਾਵੇ ਨਾ, ਬੈਠਾ ਪੀਰ ਪਲੰਗ ਤੇ ਜਿਹੜਾ, ਉਸ ਵੱਲ ਤੱਕਿਆ ਜਾਵੇ ਨਾ, ਉਹ ਬੈਠਾ ਪੀਰ ਪਲੰਗ ਤੇ ਜਿਹੜਾ, ਉਸ ਵੱਲ ਤੱਕਿਆ ਜਾਵੇ ਨਾ, ਬੈਠਾ ਪੀਰ ਪਲੰਗ ਤੇ ਜਿਹੜਾ, ਉਸ ਵੱਲ ਤੱਕਿਆ ਜਾਵੇ ਨਾ, ਜਿਹੜਾ ਉਸ ਵੱਲ ਤੱਕਿਆ ਜਾਵੇ ਨਾ, ਬੈਠਾ ਪੀਰ ਪਲੰਗ ਤੇ ਜਿਹੜਾ, ਉਸ ਵੱਲ ਤੱਕਿਆ ਜਾਵੇ ਨਾ। ਇਹ ਗੱਲ ਆਖੀ, ਮਾਧੋ ਦਾਸ ਆਇਆ, ਚਲੋ ਆ ਕੇ ਵਾਰਤਾਲਾਪ ਹੋਈ ਫਿਰ ਉਹਦੇ ਨਾਲ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਮਨੁੱਖਾ ਜਨਮ ਪਾ ਕੇ ਮਨੁੱਖ ਦੀ ਬੇਇੱਜ਼ਤੀ ਕਰੇ, ਇਹ ਕਿੱਥੇ ਲਿਖਿਆ ਹੋਇਆ? ਤੇਰਾ ਨਾਂ ਕੀ ਹੈ? ਕਹਿੰਦਾ ਜੀ ਬੰਦਾ। ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ, ਕੰਮ ਤੇਰੇ ਬੰਦਿਆਂ ਵਾਲੇ ਹੈ ਹੀ ਨਹੀਂ, ਉਹ ਤੇਰੇ ਕੰਮ ਨਹੀਂ ਹੈ ਬੰਦਿਆਂ ਵਾਲੇ। ਤੂੰ ਹੈ ਠੀਕ ਹੈ, ਤੇਰੇ ਕਪੂਸ਼ ਤੇ ਸਿੰਘ ਨਹੀਂ ਲਾਏ ਪਰਮਾਤਮਾ ਨੇ, ਬਾਕੀ ਘਾਟ ਕੋਈ ਨਹੀਂ ਤੇਰੇ ਵਿੱਚ, ਸਾਰਾ ਕੁਝ ਉਹੀ ਹੈ। ਤੂੰ ਬੰਦਾ ਜ਼ਰੂਰ ਹੈ, ਪਰ ਤੂੰ ਬੰਦਿਆਂ ਵਾਲੇ ਕੰਮ ਤਾਂ ਕਰਦਾ ਨਹੀਂ ਹੈ। ਐ ਮਨੁੱਖ ਬੰਦਾ ਜ਼ਰੂਰ ਹੈ, ਪਰ ਜੇ ਤੂੰ ਕਿਤੇ ਕੰਮ ਛੱਡ ਕੇ ਪਸ਼ੂਆਂ ਵਾਲੇ ਬੰਦਿਆਂ ਵਾਲਾ ਬਣ ਜੇ, ਫਿਰ ਇੱਕ ਤੂੰ ਮਹਾਨ ਬਣ ਜਾਏਗਾ, ਫਿਰ ਤੈਨੂੰ ਲੋਕ ਪੂਜਣਗੇ, ਫਿਰ ਕਹਿਣਗੇ ਇਹੀ ਬੰਦਾ ਕਿੰਨਾ ਵਧੀਆ, ਕਿੰਨਾ ਚੰਗਾ ਬੰਦਾ, ਵਧੀਆ ਹੈ। ਮਹਾਰਾਜ ਜੀ ਕਹਿੰਦੇ ਚੰਗਾ ਬਣਨ ਵਾਸਤੇ ਬਹੁਤੀ ਮਿਹਨਤ ਕਰਨੀ ਪਊਗੀ। ਮਾੜਾ ਬਣਨ ਵਾਸਤੇ ਕੱਲ ਮੈਰਿਜ ਕਰ ਰਹੇ ਸੀ, ਬਸ ਇੱਥੇ ਮਾੜਾ ਜਾ ਕੇ ਕਿਸੇ ਨੂੰ ਗਾਲ ਦੁੱਪੜ ਕੱਢ ਦਿਓ, ਕੰਮ ਵੱਧ ਜੂਗਾ, ਥਾਣੇ ਕੋਰਟ ਕਚਹਿਰੀਆਂ ਵਿੱਚ, ਫਿਰ ਜੇਲ੍ਹ 'ਚ ਚੁੱਕ ਕੇ ਸੁੱਟ ਦੇਣਗੇ। ਮਹਾਰਾਜ ਜੀ ਕਹਿੰਦੇ ਚੰਗਾ ਬਣਨ ਵਾਸਤੇ ਕਾਫੀ ਮਿਹਨਤ ਕਰਨੀ ਪਊਗੀ, ਚੰਗਾ ਬਣਨ ਵਾਸਤੇ ਕਾਫੀ ਮਿਹਨਤ ਕਰਨੀ ਪਊਗੀ। ਮਾੜਾ ਬਣਨ ਵਾਸਤੇ ਤੈਨੂੰ ਕੋਈ ਮਿਹਨਤ ਨਹੀਂ ਕਰਨੀ ਪੈਂਦੀ। ਉਹ ਤੂੰ ਬੰਦਾ ਹੈ? ਹਾਂ ਮਹਾਰਾਜ,
ਚਲੋ ਫਿਰ ਅੰਮ੍ਰਿਤ ਛਕਾ ਕੇ ਸੱਚਮੁੱਚ ਬੰਦਾ ਬਣਾ ਕੇ ਪੰਜਾਬ ਦੀ ਧਰਤੀ ਤੇ ਮਹਾਰਾਜ ਜੀ ਨੇ ਫਿਰ ਕਿਹਾ ਇੱਥੇ ਸਾਡਾ ਇੱਕ ਪੁਰਾਤਨ ਸਥਾਨ ਹੈ। ਪੁਰਾਤਨ ਉਧਰ ਹੀ ਸੰਗਤ ਨੇ ਆਖਿਆ ਮਹਾਰਾਜ ਕਿੱਥੇ ਹੈ? ਕਹਿੰਦੇ ਆ ਜਿਹੜੀ ਮਸੀਤ ਹੈ ਇਹਦੇ ਥੱਲੇ ਸਾਡਾ ਪੁਰਾਤਨ ਸਥਾਨ ਹੈ। ਮਹਾਰਾਜ ਨੇ ਤੀਰ ਛੱਡਿਆ, ਕਹਿੰਦੇ ਕੋਈ ਨਿਸ਼ਾਨੀ? ਕਹਿੰਦੇ ਇਹਨੂੰ ਪੱਟੋ, ਇਹਦੇ ਥੱਲੇ ਧੂਣਾ ਨਿਕਲੂਗਾ। ਫਿਰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਮਸੀਤ ਪਟਾਈ, ਧੂਣਾ ਥੱਲੋਂ ਨਿਕਲਿਆ ਆ ਪੁਰਾਤਨ ਸਮੇਂ ਦਾ। ਮਹਾਰਾਜ ਜੀ ਕਹਿੰਦੇ ਸਾਡਾ ਆਪਣਾ ਸਥਾਨ ਹੈ। ਚਲੋ ਉੱਥੇ ਫਿਰ ਸੰਗਤਾਂ ਦੀ ਰੌਣਕ ਲੱਗਣੀ ਸ਼ੁਰੂ ਹੋ ਗਈ। ਫਿਰ ਆ ਸਮਾਂ ਆ ਗਿਆ ਦੁਸਹਿਰੇ ਵਾਲਾ ਦਿਨ, ਭੋਗ ਸੀ ਮਹਾਰਾਜ ਦਾ, ਅੰਤਮ ਭੋਗ ਸੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ। ਫਿਰ ਸਿੱਖ ਰਾਤ ਨੂੰ ਪਹਿਰਾ ਦਿੰਦੇ ਨੇ, 25 ਦਿਨੇ ਪਹਿਰਾ ਦਿੰਦੇ ਨੇ। ਉਹਨਾਂ ਦੇ ਵਿੱਚ 2 ਮੁਗਲੀਆ ਪਠਾਨ ਜਿਹੜੇ ਕਸਮਾਂ ਖਾ ਕੇ ਗਏ ਸੂਬਾ ਸਰਹੰਦ ਦੀ ਕਚਹਿਰੀ ਵਿੱਚੋਂ, ਅਸੀਂ ਕਲਗੀਧਰ ਪਾਤਸ਼ਾਹ ਮੱਝ ਨੂੰ ਜਾਨ ਤੋਂ ਮਾਰ ਕੇ ਫੇਰ ਮੁੜਾਂਗੇ, ਜਮਸ਼ੈਦ ਖਾਂ ਤੇ ਗੁਲੇ ਖਾਂ। ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੀ ਟਹਿਲ ਪਾਣੀ ਸੇਵਾ ਆਪ ਕਰਦੇ ਨੇ, ਨਾਲੇ ਕਹਿੰਦੇ ਨੇ ਭਾਈ ਦਿਆ ਸਿਆਂ ਉਹ ਜਿਹੜਾ ਕੰਮ ਇਹਨਾਂ ਨੇ ਕਰਨਾ ਇਹ ਤੋਂ ਹੱਥੋਂ ਨਹੀਂ ਹੋਣਾ, ਨਾਲੇ ਰਮਜ ਮਾਰੀ ਜਾਂਦੇ ਨੇ। ਪਰ ਗੁਰੂ ਪੀਰਾਂ ਦੀਆਂ ਰਮਜਾਂ ਸਮਝਣੀਆਂ ਬੜੀਆਂ ਔਖੀਆਂ ਨੇ। ਇਸ ਕਰਕੇ ਮਹਾਰਾਜ ਜੀ ਕਿਰਪਾ ਕਰਨ ਸਾਰਿਆਂ ਦੇ ਉੱਤੇ। ਇਹ ਜਿੱਥੇ ਹਿੰਦੂ ਮਤ ਦੇ ਵਿੱਚ ਬੜੀ ਉੱਚੀ ਪੱਧਰ ਤੇ ਮਨਾਇਆ ਜਾਂਦਾ ਹੈ, ਉਹ ਤੇ ਸਿੱਖ ਕੌਮ ਵਾਸਤੇ ਵੀ ਇੱਕ ਅਸਹਿ ਤੇ ਅਕਹਿ ਦਿਨ ਹੈ, ਕਿਉਂਕਿ ਇਸ ਦਿਨ ਸਾਡੇ 10ਵੇਂ ਪਾਤਸ਼ਾਹ ਮਹਾਰਾਜ ਜੀ ਦਾ ਅੰਤਮ ਭੋਗ ਪਿਆ। ਵਿਚਾਰ ਤੁਹਾਡੇ ਨਾਲ ਕੱਲ੍ਹ ਨੂੰ ਸਾਂਝੀ ਕਰਾਂਗੇ। ਆਓ 31 ਤਰੀਕ ਦਾ ਭਗਵਾਨ ਜੀ ਦਾ ਪ੍ਰਗਟ ਦਿਵਸ ਹੈ, ਭਗਵਾਨ ਵਾਲਮੀਕ ਮਹਾਰਾਜ ਜੀ ਦਾ, ਜਿਨ੍ਹਾਂ ਨੇ ਸੇਧ ਦੇ ਕੇ ਇਕੱਠੇ ਕਰ ਦਿੱਤਾ ਸੀ। ਮੈਂ ਅੱਗੇ ਤੁਹਾਡੇ ਨਾਲ ਵਿਚਾਰ ਸਾਂਝੀ ਕਰੂੰ। ਦੇਖੋ ਇੱਕ ਰੱਬ ਦੇ ਫਕੀਰ ਦਾ ਕੰਮ ਹੁੰਦਾ ਹੈ, ਜੇ ਟੁੱਟੇ ਪਏ ਨਾ ਉਹਨਾਂ ਨੂੰ ਜੋੜ ਦੇਣਾ, ਇਹ ਫਕੀਰਾਂ ਦਾ ਕੰਮ ਹੁੰਦਾ। ਪਰ ਆਓ ਪਿਆਰ ਵਿੱਚ ਬਹੁਤ ਸੰਗਤਾਂ ਵੱਲੋਂ ਚਲੋ ਹਾਮੀ ਭਰੀ ਗਈ ਹੈ। ਭਾਈ ਰਾਜੂ ਸਿੰਘ ਜੀ ਪਾਣੀ ਵਾਲਾ, ਉਹਨਾਂ ਵੱਲੋਂ ਵੀ ਚਾਹ ਦੀ ਸੇਵਾ ਅਸੀਂ ਕਰਾਂਗੇ। ਮੈਂ ਕਿਹਾ ਤੁਸੀਂ ਯੋਗਦਾਨ ਪਾ ਦਿਓ ਇਹਦੇ ਵਿੱਚ, ਕਿਉਂਕਿ ਉਹ 'ਤੇ ਸੰਗਤ ਫਿਰ ਵਾਹਵਾ ਹੋ ਜਾਣੀ ਹੈ। ਉਹਦੇ ਵਿੱਚ ਯੋਗਦਾਨ ਪਾ ਦਿਓ, ਬੜਾ ਵੱਡਾ ਪੁੰਨ ਹੈ। ਪਤੀ ਤੇ ਪਤਨੀ ਨੇ ਤਪ ਕਰਿਆ, ਤਪ ਕਰਦਿਆਂ ਉਹ ਨਾ ਜਾ ਕੇ ਘਰ-ਬਾਰ ਨੂੰ ਜਿੰਦਾ ਲਾ, ਦੋਨੋਂ ਹੀ ਸੀ, ਹੋਰ ਘਰ ਵਿੱਚ ਕੋਈ ਨਹੀਂ ਸੀ। ਉਹਨਾਂ ਨੇ ਜਿੰਦਾ ਲਾਇਆ, ਜਾ ਕੇ ਦਰਿਆ ਦੇ ਕੰਢੇ ਉੱਤੇ ਬੈਠ ਕੇ, ਹੈ ਮੁਸਲਮਾਨ। ਉਹ ਕਹਿੰਦੇ ਰਹਿੰਦਾ ਜੀਵਨ ਹੁਣ ਪਰਮਾਤਮਾ ਦੇ ਲੇਖੇ ਲਾ ਦਈਏ। ਦੋਨੇ ਤਪ ਕਰਦੇ ਨੇ। ਤਪ ਕਰਦਿਆਂ ਇੱਕ ਦਿਨ ਭਗਵਾਨ ਦੀ ਆਵਾਜ਼ ਆਈ, ਦੂਤ ਆਇਆ, ਉਹਨੇ ਆ ਕੇ ਆਖਿਆ ਬਈ ਤੁਸੀਂ ਤਪ ਕਰਦੇ ਹੋ ਕਾਹਦੇ ਵਾਸਤੇ? ਕਹਿੰਦੇ ਕੋਈ ਇੱਛਾ ਨਹੀਂ ਮਨ ਵਿੱਚ। ਅੱਛਾ ਚੰਗਾ, ਭਗਵਾਨ ਦੇ ਘਰ ਦੇ ਵਿੱਚੋਂ ਇੱਕ ਸੰਦੇਸ਼ਾ ਆਇਆ। ਕਾਹਦਾ? ਕਹਿੰਦੇ ਪਰਮਾਤਮਾ ਨੇ ਕਿਹਾ ਤੁਹਾਡੀ ਦੋਨਾਂ ਦੀ 80-80 ਸਾਲ ਦੀ ਉਮਰ ਹੋਰ ਰਹਿੰਦੀ ਹੈ ਹਜੇ। ਉਹ ਡਰ ਗਏ, ਹਾਂ 80 ਸਾਲ ਹੋਰ ਦੁੱਖ ਭੋਗਣਾ ਪਊ? ਕਹਿੰਦੇ ਹਾਂ। ਦੂਸਰਾ ਸੰਦੇਸ਼ਾ ਆ ਗਿਆ, ਕਹਿੰਦੇ ਕੋਈ ਫਿਕਰ ਨਾ ਕਰੋ, 40 ਸਾਲ ਤੁਹਾਡੇ ਚੰਗੇ ਨੇ, ਵਧੀਆ ਜ਼ਿੰਦਗੀ ਤੁਹਾਡੀ ਬਸਰ ਹੋਊਗੀ, ਤੇ 40 ਸਾਲ ਤੁਸੀਂ ਭੁੱਖੇ ਮਰਨ ਤੱਕ ਚਲੇ ਜਾਓਗੇ। ਉਹਨਾਂ ਨੂੰ ਹੋਰ ਫਿਕਰ ਲੱਗ ਗਿਆ ਵੀ 40 ਸਾਲ ਫੇਰ ਭੁੱਖੇ ਮਰਨਾ ਪਊ, ਪਹਿਲਾਂ ਮਸਾਂ ਘਰ-ਬਾਰ ਛੱਡ ਕੇ ਆਏ ਆ। ਹੁਣ ਉਹਨਾਂ ਨੇ ਕਿਹਾ ਵੀ ਚਲੋ ਜਿਹੜੇ 40 ਸਾਲ ਆਏ ਦੱਸੋ ਵੀ ਸੁੱਖ ਦੇ ਪਹਿਲਾਂ ਲੈਣੇ ਆ ਕਿ ਦੁੱਖ ਦੇ? ਮਨੁੱਖ ਕਹੂਗਾ ਪਹਿਲਾਂ ਸੁੱਖ ਦੇ ਦਿਓ, ਦੇਖੀ ਜਾਓ ਜਦੋਂ ਦੁੱਖ ਆਊਗਾ। ਉਹ ਕਹਿੰਦੇ ਪਹਿਲਾਂ ਸੁੱਖ ਦੇ ਦਿਓ, ਤੇ ਜਦੋਂ ਸੁੱਖ ਦੇ ਕਹਿੰਦੇ ਚਲੋ ਜੀ ਅੱਜ ਤੋਂ ਤੁਹਾਡੇ 40 ਸਾਲ ਜਿਹੜੇ ਉਹ ਵਧੀਆ ਜ਼ਿੰਦਗੀ ਬਸਰ ਕਰੋਗੇ, ਰਾਜੇ ਮਹਾਰਾਜਾ ਵਾਂਗੂ ਤੁਸੀਂ ਸੁੱਖ ਬਤੀਤ ਕਰੋਗੇ। ਹੁਣ ਦੋਨੋਂ ਪਤੀ ਪਤਨੀ ਹੈ, ਸੁੱਖ ਆ ਗਿਆ, 4 ਪੈਸੇ ਆ ਗਏ, ਘਰ-ਬਾਰ ਵੀ ਬਣਾ ਲਿਆ ਛੋਟਾ ਜਿਹਾ। ਪਤੀ ਕਹਿਣ ਲੱਗਾ ਇੱਕ ਦਿਨ ਇਉਂ ਕਰਦਾ ਹੈ, ਤੂੰ ਪ੍ਰਸ਼ਾਦੇ ਬਣਾ ਘਰ ਦੇ ਵਿੱਚ। ਉਹਨੇ ਰੋਟੀਆਂ ਬਣਾ ਲੀਆਂ, ਟੋਕਰੇ ਭਰਤੇ, ਦਾਲ ਸਬਜ਼ੀ ਬਣਾ ਕੇ ਰੱਖਤੀ। ਉਹ ਪਤੀ ਗਿਆ ਕਿੱਥੇ? ਸ਼ਹਿਰ ਦੇ ਵਿੱਚ ਚਲਿਆ ਗਿਆ। ਸ਼ਹਿਰ ਦੇ ਵਿੱਚ ਜਾ ਕੇ ਉਹਨੇ ਦੇਖਿਆ ਵੀ ਇਹ ਵੀ ਗਰੀਬ ਹੈ, ਇਹ ਵੀ ਗਰੀਬ ਹੈ, ਕਈ ਤਨ ਕਰਕੇ ਕਈ ਮਨ ਕਰਕੇ। ਮਹਾਰਾਜ ਜੀ ਕਹਿੰਦੇ ਉਹ ਗਰੀਬਾਂ ਦੀ ਬਾਂਹ ਫੜੀ, ਉਹਨੇ ਸਾਰੇ ਇਕੱਠੇ ਕਰਕੇ ਆਪਣੇ ਘਰ ਲਿਆਂਦੇ। ਆ ਜਾਓ ਵੀ ਮੇਰੇ ਘਰ ਚੱਲੋ ਸਾਰੇ ਜਣੇ। ਸਾਰਿਆਂ ਨੂੰ ਬਿਠਾ ਲਿਆ, ਪੰਗਤਾਂ ਲਾ ਲਈਆਂ, ਭੋਜਨ ਛਕਾਇਆ। ਭੋਜਨ ਛਕਾ ਕੇ ਉਹਨਾਂ ਦੀ ਖੁਸ਼ੀ ਲਈ ਸਾਰਿਆਂ ਦੀ। ਜਦੋਂ ਭੋਜਨ ਛਕ ਕੇ ਉਹ ਤ੍ਰਿਪਤ ਹੋ ਗਏ, ਉਹਨਾਂ ਨੇ ਪ੍ਰਮਾਤਮਾ ਅੱਗੇ ਅਰਦਾਸ ਕਰੀ, ਸੱਚੇ ਪਾਤਸ਼ਾਹ ਇਹੋ ਜਿਹੇ ਦਾਨੀ ਸੱਜਣਾ ਨੂੰ ਬਾਰ-ਬਾਰ ਭੇਜਦਾ ਰਹੀਂ। ਬੋਲੋ ਸਤਨਾਮ ਵਾਹਿਗੁਰੂ। ਇਹੋ ਜਿਹੇ ਦਾਨੀ ਸੱਜਣਾ ਨੂੰ ਬਾਰ-ਬਾਰ ਭੇਜਦਾ ਰਹੀਂ। ਬਸ ਉਹ ਪ੍ਰਸ਼ਾਦਾ ਛਕ ਕੇ ਜੇ ਬਾਹਰ ਹੋਏ ਸੀ, ਪਰਮਾਤਮਾ ਦਾ ਦੂਤ ਆਇਆ। ਉਹ ਕਹਿਣ ਲੱਗਾ ਜਿਹੜੇ ਤੁਹਾਡੇ ਸਾਲ 40 ਸਾਲ ਗਰੀਬੀ ਦੇ ਸੀ ਨਾ, ਉਹ ਪਰਮਾਤਮਾ ਨੇ ਕੱਟ ਕੇ ਅਮੀਰੀ ਦੇ ਲਾਤੇ। ਕਹਿੰਦੇ ਕਿਵੇਂ? ਕਹਿੰਦੇ ਆਹ ਗਰੀਬਾਂ ਦੀ ਅਸੀਸ ਪਰਮਾਤਮਾ ਤੱਕ ਪਹੁੰਚ ਗਈ। ਕੋਈ ਛਕੂਗਾ, ਕੋਈ ਅਸੀਸ ਦੇਊਗਾ, ਕੋਈ ਚੰਗਾ ਕਹੂਗਾ। ਚਲੋ ਇੱਕ ਅੱਧਾ ਕੋਈ ਮੇਰੇ ਵਰਗਾ ਹੁੰਦਾ, ਮਾੜਾ ਕਹਿਣ ਵਾਲਾ ਵੀ ਹੁੰਦਾ ਹੈ।
ਜਦੋਂ ਭੋਜਨ ਛਕ ਕੇ ਉਹਨਾਂ ਦੇ ਮੁਖ ਵਿੱਚੋਂ ਨਿਕਲਿਆ, ਵਾਹਿਗੁਰੂ ਧੰਨ ਹੈ ਸੱਚੇ ਪਾਤਸ਼ਾਹ ਭਗਵਾਨ ਵਾਲਮੀਕ ਜੀ, ਤੁਸੀਂ ਧੰਨ ਹੋ, ਤੁਹਾਡੀ ਯਾਦ ਵਿੱਚ ਲੰਗਰ ਲੱਗਿਆ ਤੇ ਸਾਨੂੰ ਲੰਗਰ ਪਾਣੀ ਚਾਹ ਪਾਣੀ ਛਕਾਇਆ ਸੰਗਤ ਨੇ, ਉਹਨਾਂ ਦੀ ਅਸੀਸ ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਤਾਰ ਦਿੰਦੀ ਹੈ। ਇਸ ਕਰਕੇ ਬੇਨਤੀ ਜ਼ਰੂਰ ਪ੍ਰਵਾਨ ਕਰਿਓ ਭਾਈ, ਸੰਗਰਾਂਦ ਨੂੰ ਦੇ ਦਿਓ ਪੈਸੇ, ਹੁਣ ਤਾਂ ਨਹੀਂ ਅਸੀਂ ਮੰਗਦੇ ਹਾਂ, ਹੁਣ ਤਾਂ ਕੇਵਲ ਬਸ ਚਾਹ ਤੇ ਖੰਡ ਤੇ ਦੁੱਧ, ਬਸ ਇਹ ਤਿੰਨੇ ਚੀਜ਼ਾਂ ਨੇ। ਬਾਕੀ ਫਿਰ ਉਹ ਭਗਵਾਨ ਜੀ ਸਾਡੇ ਬੈਠੇ ਨੇ, ਉਹਨਾਂ ਦੀ ਕਟੰਗ ਫੜ ਲਾਂਗੇ ਵੀ ਲਿਆਓ ਜੀ। ਹੁਣ ਤੁਸੀਂ ਉਧਰ ਜਿਹੜਾ ਆਪਣਾ ਉਹ ਕੁੰਦਨ, ਹਾਂ ਕੁੰਦਨ ਹਲਵਾਈ ਕਰਨੀ ਤੁਸੀਂ ਹੋ ਜਾਓ ਤੇ ਚਾਹ ਵਾਲੇ ਪਾਸੇ ਅਸੀਂ ਹੋ ਜਾਂਦੇ ਸਾਰੇ ਜਾਣੇ ਰਲ ਕੇ, ਕਿਉਂਕਿ ਉਹ ਵੱਡੇ ਨੇ, ਫਿਰ ਵੀ ਚਲੋ ਵੱਡਿਆਂ ਦਾ ਸਤਿਕਾਰ ਵੀ ਹੁੰਦਾ ਵੀ। ਚਾਹ ਦੇ ਨਾਲ ਕੱਲੀ ਆਪਾਂ ਬਹਾਨਾ ਮਾਰਦੇ ਹਾਂ, ਕੱਲੀ ਚਾਹ ਤਾਂ ਸਾਡੇ ਲੰਘਦੀ ਹੋਈ ਨਹੀਂ, ਆਪਾਂ ਖੰਗਣ ਜੇ ਲੱਗ ਜਾਗੇ ਮਾੜਾ ਜਿਹਾ, ਫਿਰ ਆਪੇ ਹੀ ਭੁਜੀਆ ਬਦਾਣਾ ਉਹ ਲਿਆ ਕੇ ਦੇ ਦੇਣਗੇ, ਚਾਹ ਪਾਣੀ ਆਪਾਂ ਸਾਰਿਆਂ ਨੇ ਕਰਨਾ। ਭਗਵਾਨ ਜੀ ਦਾ ਦਿਨ ਮਨਾਉਣਾ, ਭਾਵ ਕਹਿਣ ਤੋਂ ਖਾਣ ਪੀਣ ਨਾਲ ਨਹੀਂ ਜੁੜਨਾ, ਖਾਂਦੇ ਤਾਂ ਰੋਜ਼ ਆਪਣੇ ਘਰਾਂ ਦੇ ਵਿੱਚ, ਪਰ ਉਹ ਬਹਾਨੇ ਦੇ ਨਾਲ ਭਗਵਾਨ ਜੀ ਦੇ ਚਰਨਾਂ ਵਿੱਚ ਅਰਦਾਸ ਹੋ ਜੂਗੀ ਤੇ ਕਿਸੇ ਦਾ ਭਲਾ ਹੋ ਜਾਵੇਗਾ, ਬਸ ਇਹੋ ਹੀ ਗੱਲ ਹੈ। ਚਾਹ ਪਾਣੀ ਤਾਂ ਤੁਹਾਡੀ ਕਿਰਪਾ ਨਾਲ ਵਧੀਆ ਬਣਦਾ ਇੱਥੇ ਸਾਡੇ ਕੋਲੇ ਵੀ, ਊਂ ਵੀ ਚਲੇ ਜਾਈਏ ਕਿਸੇ ਦੇ ਘਰ ਵਧੀਆ ਗੱਲ ਜਲ ਪਾਣੀ ਛਕਾ ਦਿੰਦਾ, ਪਰ ਇੱਥੇ ਛਕਾਉਣ ਦਾ ਭਾਵ ਹੈ ਅਰਦਾਸ ਹੋਊਗੀ, ਕਿਸੇ ਦਾ ਕਿਣਕਾ ਕਿਣਕਾ ਆਇਆ ਹੋਇਆ ਪੈ ਗਿਆ ਲੰਗਰ ਦੇ ਵਿੱਚ, ਉਹ ਇੱਕ ਪ੍ਰਸ਼ਾਦ ਦੇ ਰੂਪ ਦੇ ਵਿੱਚ ਬਣ ਜਾਂਦਾ ਹੈ, ਉਹਦੇ ਨਾਲ ਭਲਾ ਹੋ ਜਾਂਦਾ ਹੈ। ਰਾਮ ਕਲੀ ਮਹੱਲਾ ਤੀਜਾ। ਨੰਦ